ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋ ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਓ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਓ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਦਰ ਦੀਨ ਕੇ ਹੋਇ ਪਤਿਸ਼ਾਹੂ। ਅਚਲ ਤਖਤ ਪ੍ਰਾਪਤ ਤੁਮ ਪਾਹੂ। ਸ਼੍ਰੀ ਗੁਰ ਤੁਮ ਤੇ ਜਗਪਤ ਸ਼ਾਹਿਤ। ਕੋ ਦਿਨ ਕੀ ਕੂਰੀ ਨਹਿ ਚਾਹਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪ ਜੀ ਹਰ ਰੋਜ਼ ਸੰਧਿਆ ਦੇ ਦੀਵਾਨਾਂ ਵਿੱਚ ਜਿੱਥੇ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕਰਦੇ ਹੋ, ਉੱਥੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਵੀ ਸਰਵਣ ਕਰ ਰਹੇ ਹੋ। ਗੁਰੂ ਹਰਿ ਰਾਏ ਸਾਹਿਬ 7ਵੇਂ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਦਾਰਾ ਸ਼ਿਕੋ ਹਾਜ਼ਰ ਹੋਇਆ ਹੈ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਹ ਮੁਲਾਕਾਤ ਹੋਈ ਹੈ। ਦਾਰਾ ਸ਼ਿਕੋ ਨੂੰ ਮਹਾਰਾਜ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਕਿਉਂਕਿ ਉਹ ਜਗਿਆਸੂ ਇਸ ਗਿਆਨ ਦਾ ਅਧਿਕਾਰੀ ਸੀ। ਅਵਸਥਾ ਉਹਦੀ ਜਿਹੜੀ ਸੀ ਉਹ ਬ੍ਰਹਮ ਨੂੰ ਜਾਣਨ ਦੀ ਬਣ ਚੁੱਕੀ ਸੀ। ਤੋ ਪਰ ਸੰਸਾਰ ਦਾ ਮੋਹ ਘਟ ਗਿਆ ਸੀ, ਇਸ ਕਰਕੇ ਰਾਜ ਕਰਨ ਲਈ, ਜੰਗ ਕਰਨ ਲਈ ਬਹੁਤਾ ਤਿਆਰ ਨਹੀਂ ਹੋਇਆ। ਗੁਰੂ ਸਾਹਿਬ ਨੇ ਆਖਿਆ, ਜੇ ਤੂੰ ਜੰਗ ਕਰੇ ਅਸੀਂ ਤੇਰੀ ਮਦਦ ਕਰਾਂਗੇ, ਆਪਣੇ ਸਿੱਖਾਂ ਨੂੰ ਬੁਲਾ ਲਵਾਂਗੇ, ਸਾਰੀ ਫੌਜ ਤੇਰੇ ਨਾਲ ਭੇਜਾਂਗੇ। ਤੂੰ ਜ਼ਾਲਮਾਂ ਦਾ, ਦੁਸ਼ਟਾਂ ਦਾ, ਪਾਪੀਆਂ ਦਾ ਮੁਕਾਬਲਾ ਕਰਨਾ ਚਾਹਵੇਂ ਤੇ ਕਰ ਸਕਦਾ ਹਾਂ। ਪੂਰਾ ਹੌਸਲਾ ਦਿੱਤਾ। ਪਰ ਦਾਰਾ ਸ਼ਿਕੋ ਕਹਿੰਦਾ, ਮਹਾਰਾਜ ਇਹ ਝੂਠੀ ਵਡਿਆਈਆਂ ਪਾਤਸ਼ਾਹੀਆਂ ਨਾਲ ਹੁਣ ਮੇਰਾ ਮੋਹ ਨਹੀਂ ਹੈ। ਮੈਨੂੰ ਤਾਂ ਤੁਸੀਂ ਬ੍ਰਹਮ ਗਿਆਨ ਦੀ ਜਿਹੜੀ ਅਵਸਥਾ ਬਖਸ਼ੀ ਹੈ ਉਹੀ ਬਣੀ ਰਵੇ, ਸਦਾ ਹੀ ਇੱਕ ਰਸ ਬਿਰਤੀ ਟਿਕੀ ਰਵੇ, ਇਹ ਆਸ਼ੀਰਵਾਦ ਬਖਸ਼ੋ। ਤਾਂ ਸਤਿਗੁਰੂ ਕਹਿੰਦੇ, ਠੀਕ ਹੈ, ਜੇ ਤੈਨੂੰ ਦੁਨਿਆਵੀ ਪਾਤਸ਼ਾਹੀ ਦਾ ਰਾਜ ਦਾ ਮੋਹ ਨਹੀਂ ਹੈ ਤਾਂ ਤੈਨੂੰ ਅਸੀਂ ਦੀਨ ਦੀ ਪਾਤਸ਼ਾਹੀ ਦਿੰਦੇ ਹਾਂ। ਆਓ ਸਰਵਣ ਕਰੀਏ ਸਾਹਿਬਾਂ ਦੇ ਪਾਵਨ ਬਚਨ ਜੋ ਦਾਰਾ ਸ਼ਿਕੋ ਪ੍ਰਤੀ ਹੋਏ ਹਨ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਤਰ ਦੀਨ ਕੇ ਹੋਇ ਪਤਿਸ਼ਾਹੂ। ਮਹਾਰਾਜ ਕਹਿੰਦੇ, ਨਹੀਂ ਤਾਂ ਦੀਨ ਦੀ ਪਾਤਸ਼ਾਹੀ ਲੈ ਲੈ ਦਾਰਾ ਸ਼ਿਕੋ। ਅਚਲ ਤਖਤ ਪ੍ਰਾਪਤ ਤੁਮ ਪਾਹੂ। ਉਹ ਜਿਹੜਾ ਦੀਨ ਦੀ ਪਾਤਸ਼ਾਹੀ ਵਾਲਾ ਤਖਤ ਹੈ ਉਹ ਅਚਲ ਹੈ, ਉਹ ਚਲਾਇਮਾਨ ਨਹੀਂ ਹੁੰਦਾ। ਉਸ ਤਖਤ ਨੂੰ ਕੋਈ ਖੋ ਨਹੀਂ ਸਕਦਾ। ਸ਼੍ਰੀ ਗੁਰ ਤੁਮ ਤੇ ਜਗਪਤ ਸ਼ਾਹਿਤ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਤੇਰੇ ਤੋਂ ਜਗਤ ਦੀ ਪਾਤਸ਼ਾਹੀ ਨਹੀਂ ਕਰਾਉਣਾ ਚਾਹੁੰਦੇ, ਤੇਰੇ ਕੋਲੋਂ ਉਹ ਦੀਨ ਦੀ ਪਾਤਸ਼ਾਹੀ ਕਰਾਉਣਾ ਚਾਹੁੰਦੇ ਹਨ। ਤੋ ਦਾਰਾ ਸ਼ਿਕੋ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਤਾਂ ਤੁਹਾਡੇ ਤੋਂ ਸਿਰਫ ਦੀਨ ਦੀ ਪਾਤਸ਼ਾਹੀ ਲੈਣ ਦੀ ਇੱਛਾ ਹੈ। ਕੋ ਦਿਨ ਕੀ ਕੂਰੀ ਨਹਿ ਚਾਹਤ। ਜਿਹੜੀ ਦੁਨੀਆ ਦੀ ਪਾਤਸ਼ਾਹੀ ਹੈ ਕੁਝ ਦਿਨ ਦੀ ਹੈ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕੋਈ ਰਾਜਾ 10 ਸਾਲ, ਕੋਈ 20 ਸਾਲ, ਕੋਈ 50 ਸਾਲ ਰਾਜ ਕਰ ਲੈਂਦਾ, ਫਿਰ ਵੀ ਉਹਨੂੰ ਇਹ ਰਾਜ ਭਾਗ ਛੱਡ ਕੇ ਜਾਣਾ ਪੈਂਦਾ ਹੈ। ਬਨਹੁ ਸਹਾਇਕ ਵਿੱਚ ਪਰਲੋਕ। ਬਸ ਤੁਸੀਂ ਸਤਿਗੁਰੂ ਜੀ ਮੇਰੀ ਸਹਾਇਤਾ ਪਰਲੋਕ ਵਿੱਚ ਕਰਿਆ ਜੇ, ਉੱਥੇ ਮੈਨੂੰ ਜਮਾਂ ਤੋਂ ਛੁਡਾ ਲਿਆ ਜੇ। ਨਿਤ ਆਨੰਦ ਜਹ ਹੋਏ ਨਾ ਸ਼ੋਕ। ਜਿੱਥੇ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ, ਜਿੱਥੇ ਸਦਾ ਹੀ ਖੁਸ਼ੀ ਰਹਿੰਦੀ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਾਹੀ ਤੇ ਠਾਉ। ਨਾ ਤਸਵੀਸ ਖਿਰਾਜ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਹੇ ਖੂਬ ਵਤਨ ਗਏ ਭਾਈ। ਉਹ ਮੇਰਾ ਹੁਣ ਵਤਨ ਬਣ ਗਿਆ ਹੈ। ਉਹਾਂ ਖੈਰ ਸਦਾ ਮੇਰੇ ਭਾਈ। ਉੱਥੇ ਸਦਾ ਹੀ ਖੈਰੀਅਤ ਹੈ, ਸਦਾ ਹੀ ਆਨੰਦ ਹੈ, ਉੱਥੇ ਕੋਈ ਦੁੱਖ ਨਹੀਂ।
ਉਹ ਪਾਤਸ਼ਾਹੀ ਮੈਂ ਲੈਣੀ ਚਾਹੁੰਦਾ ਹਾਂ ਸਤਿਗੁਰੂ ਆਪ ਜੀ ਪਾਸੋਂ। ਕਹਿਓ ਪਦਰ ਕੋ ਮੈਂ ਇਹੋ ਮਾਨਾ। ਇਹ ਜਿਹੜਾ ਦੁਨਿਆਵੀ ਰਾਜ ਹੈ ਜਾਂ ਮੈਂ ਇਸ ਝਮੇਲੇ 'ਚ ਫਸਿਆ ਹਾਂ, ਇਹ ਤਾਂ ਮੈਂ ਆਪਣੇ ਪਿਤਾ ਦਾ ਕਹਿਣਾ ਮੰਨ ਕੇ ਫਸਿਆ ਵੀ ਆਪਣੇ ਬਾਪੂ ਸ਼ਾਹਜਹਾਨ ਬਾਦਸ਼ਾਹ ਦਾ ਕਹਿਣਾ ਮੋੜ ਨਹੀਂ ਸਕਿਆ। ਹਰਖ ਸੋਗ ਜਿਸ ਬਿਖੈ ਮਹਾਨਾ। ਗੁਰੂ ਜੀ ਇਸ ਰਾਜ ਵਿੱਚ, ਇਸ ਦੁਨਿਆਵੀ ਬਾਦਸ਼ਾਹੀ ਵਿੱਚ ਬੜੇ ਦੁੱਖ ਸੁੱਖ, ਖੁਸ਼ੀਆਂ ਗਮੀਆਂ, ਪਰੇਸ਼ਾਨੀਆਂ, ਜਿੱਤਾਂ ਹਾਰਾਂ ਹੁੰਦੀਆਂ ਨੇ। ਇਹ ਦੁਨਿਆਵੀ ਰਾਜ ਜਿਹੜਾ ਕਿਸੇ ਨੂੰ ਆਨੰਦ ਨਹੀਂ ਦਿੰਦਾ। ਅੱਜ ਤੱਕ ਜਿੰਨੇ ਵੀ ਰਾਜੇ ਮਹਾਰਾਜੇ ਹੋਏ ਨੇ, ਇੱਕ ਜਨਕ ਰਾਜੇ ਨੂੰ ਛੱਡ ਕੇ ਬਾਕੀ ਜਿੰਨੇ ਰਾਜਿਆਂ ਦਾ ਇਤਿਹਾਸ ਪੜ੍ਹਦੇ ਰੋਂਦੇ ਹੀ ਦੇਖੇ ਹਨ, ਪਰੇਸ਼ਾਨ ਹੀ ਦੇਖੇ ਹਨ। ਬ੍ਰਹਮ ਗਿਆਨੀ ਇੱਕ ਰਾਜਾ ਜਨਕ ਜੀ ਹੋਏ ਨੇ, ਜਿਨ੍ਹਾਂ ਨੇ ਆਪਣੀ ਅਵਸਥਾ ਬ੍ਰਹਮ ਵਿੱਚ ਰੱਖੀ ਹੈ। ਉਹ ਇਸ ਹਰਖ ਸੋਗ ਤੋਂ ਪਰੇ ਲੰਘੇ ਨੇ। ਬਾਕੀ ਤਾਂ ਸਾਰੇ ਰਾਜੇ ਮਹਾਰਾਜੇ ਰੋਂਦੇ ਹੀ ਦੇਖੇ ਗਏ ਹਨ। ਕੁਛ ਮੇਰੀ ਨਾਹਿਨ ਅਬਿਲਾਖਾ। ਮਹਾਰਾਜ ਮੈਨੂੰ ਰਾਜ ਕਰਨ ਦੀ ਇੱਛਾ ਹੀ ਕੋਈ ਨਹੀਂ ਹੈ। ਇਹ ਦੁਨਿਆਵੀ ਪੈਸਾ ਟਕਾ, ਇੱਜ਼ਤ ਮਾਣ, ਵਡਿਆਈ, ਸ਼ੋਹਰਤ, ਇਹ ਸਾਰਾ ਨਰਕਾਂ ਦਾ ਹੀ ਦਰਵਾਜ਼ਾ ਖੁੱਲ੍ਹਦਾ ਹੈ। ਜਿੰਨਾ ਪੈਸਾ ਹੁੰਦਾ ਬੰਦੇ ਕੋਲ, ਜਵਾਨੀ, ਸੁੰਦਰਤਾ ਔਰ ਹੀਰੇ ਮੋਤੀ, ਰਾਜ ਭਾਗ, ਹੁਕਮ, ਇਹ ਸਾਰੇ ਨਰਕ ਘੋਰ ਕਾ ਦੁਆਰਾ ਹੈ। ਸ਼੍ਰੀ ਹਰਿ ਰਾਏ ਬਹੁਰ ਬਚ ਭਾਖਾ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਨੂੰ ਤਾਂ ਆਪਣੇ ਚਰਨਾਂ ਦੀ ਮੌਜ ਬਖਸ਼ੋ, ਭਗਤੀ ਤੇ ਸਿਮਰਨ ਤੇ ਬ੍ਰਹਮ ਗਿਆਨ ਦਾ ਆਨੰਦ ਬਖਸ਼ੋ। ਇਹ ਸੁਣ ਕੇ ਸਤਿਗੁਰੂ ਹਰਿ ਰਾਏ ਸਾਹਿਬ ਜੀ ਬੋਲੇ, ਤਖਤ ਦੀਨ ਕੋ ਤੁਮਰੇ ਭਾਗ। ਮਹਾਰਾਜ ਕਹਿਣ ਲੱਗੇ, ਦਾਰਾ ਸ਼ਿਕੋ, ਅਸੀਂ ਤੇਰੇ ਮੱਥੇ ਤੇ ਪੜ ਰਹੇ ਹਾਂ। ਤੇਰੇ ਕਰਮਾਂ ਦੇ ਵਿੱਚ ਦੀਨ ਦਾ ਤਖਤ ਹੈ, ਦੁਨੀਆ ਦਾ ਤਖਤ ਤੇਰੇ ਕਰਮਾਂ ਵਿੱਚ ਨਹੀਂ। ਤੂੰ ਦੁਨੀਆ ਦਾ ਤਖਤ ਕਰਨਾ ਵੀ ਕੀ ਹੈ? ਦੁਨੀਆ ਦਾ ਤਖਤ ਥੋੜ੍ਹੇ ਦਿਨ ਸੁੱਖ ਦਿੰਦਾ ਹੈ, ਬਹੁਤਾ ਸਮਾਂ ਨਰਕਾਂ ਦੇ ਗੋਤੇ ਖੁਆਉਂਦਾ ਹੈ। ਮੈਂ ਮਹਾਰਾਜ ਜੀ ਦੁਨਿਆਵੀ ਤਖਤ ਨਹੀਂ ਲੈਣਾ ਚਾਹੁੰਦਾ। ਇਹ ਜਦੋਂ ਦਾਰਾ ਸ਼ਿਕੋ ਨੇ ਬੇਨਤੀ ਕੀਤੀ, ਮਹਾਰਾਜ ਕਹਿੰਦੇ, ਚੰਗਾ ਫਿਰ ਤੈਨੂੰ ਦੀਨ ਦਾ ਤਖਤ ਬਖਸ਼ਾਂਗੇ। ਸਦਾ ਆਫਰੀ ਤਹਿ ਲਿਵ ਲਾਗ। ਮਹਾਰਾਜ ਕਹਿੰਦੇ, ਸ਼ਾਬਾਸ਼। ਸਦਾ ਆਫਰੀ ਦਾ ਮਤਲਬ ਤੈਨੂੰ ਸ਼ਾਬਾਸ਼ ਹੈ, ਸ਼ਾਬਾਸ਼ ਹੈ, ਸ਼ਾਬਾਸ਼ ਹੈ, ਸਦਾ ਹੀ ਸ਼ਾਬਾਸ਼ ਹੈ ਵੀ ਤੂੰ ਆਪਣੀ ਲਿਵ ਲਾਈ ਹੈ ਪ੍ਰਮਾਤਮਾ ਵਿੱਚ। ਤੂੰ ਉਸ ਰਾਜ ਨੂੰ ਪਾਉਣਾ ਚਾਹੁੰਦਾ ਹੈ ਜਿਹੜਾ ਸਦਾ ਰਹਿਣ ਵਾਲਾ ਹੈ। ਅਬ ਤੂੰ ਗਮਨ ਹੋਏ ਸਵਧਾਨਾ। ਠੀਕ ਹੈ, ਜੇ ਤੂੰ ਲੜਾਈ ਨਹੀਂ ਕਰਨੀ ਚਾਹੁੰਦਾ, ਔਰੰਗਜ਼ੇਬ ਦੇ ਨਾਲ ਮੁਕਾਬਲਾ ਨਹੀਂ ਕਰਨਾ ਚਾਹੁੰਦਾ, ਤੂੰ ਸਾਵਧਾਨ ਹੋ ਕੇ ਆਪਣੀ ਫੌਜ ਲੈ ਕੇ ਲਾਹੌਰ ਵੱਲ ਚਲਾ ਜਾ। ਹਮ ਲਸ਼ਕਰ ਅਟਕਾਏ ਮਹਾਨਾ। ਜਿਹੜੀ ਫੌਜ ਤੇਰੇ ਪਿੱਛੇ ਔਰੰਗਜ਼ੇਬ ਦੀ ਤੈਨੂੰ ਮਾਰਨ ਲਈ ਆ ਰਹੀ ਹੈ, ਤੇਰਾ ਨੁਕਸਾਨ ਕਰਨ ਆ ਰਹੀ ਹੈ, ਅਸੀਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਆਪਣੇ ਤਰੀਕੇ ਨਾਲ। ਅਸੀਂ ਇਸ ਤਰੀਕੇ ਨਾਲ ਰੋਕਾਂਗੇ ਵੀ ਉਹ ਤੇਰੇ ਤੱਕ ਛੇਤੀ ਕੀਤਿਆਂ ਨਹੀਂ ਅੱਪੜ ਸਕਣਗੇ। ਸੁਨਤ ਬੰਦਗੀ ਕਰ ਜਬ ਗਇਓ। ਦਾਰਾ ਸ਼ਿਕੋ ਜਦੋਂ ਗੁਰੂ ਸਾਹਿਬ ਦੇ ਇਹ ਬਚਨ ਸੁਣੇ, ਦਾਰੇ ਨੇ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ 'ਚ ਸਲਾਮ ਕੀਤੀ, ਮੱਥਾ ਟੇਕਿਆ, ਨਮਸਕਾਰ ਕਰਕੇ ਚਲਾ ਗਿਆ। 5 ਸਹਸਰ ਸੁਪਟ ਸੰਗ ਲਿਓ। ਤੇ 5000 ਫੌਜ ਉਹਦੇ ਨਾਲ ਵੀ ਸੀ, ਪਰ 5000 ਫੌਜ ਔਰੰਗਜ਼ੇਬ ਦੀ ਫੌਜ ਦੇ ਸਾਹਮਣੇ ਕੁਛ ਵੀ ਨਹੀਂ ਹੈ। ਔਰੰਗਜ਼ੇਬ ਪੂਰੇ ਹਿੰਦੁਸਤਾਨ ਦੀਆਂ ਫੌਜਾਂ 'ਤੇ ਕਬਜ਼ਾ ਕਰ ਬੈਠਾ, ਕਿਲਿਆਂ 'ਤੇ, ਖਜ਼ਾਨਿਆਂ 'ਤੇ, ਫੌਜਾਂ 'ਤੇ, ਸਭ ਦੇ ਉੱਤੇ ਉਹਦਾ ਹੁਕਮ ਚੱਲ ਰਿਹਾ ਹੈ। ਘੱਟੋ ਘੱਟ 22-23 ਲੱਖ ਫੌਜ ਔਰੰਗਜ਼ੇਬ ਕੋਲ ਹੁੰਦੀ ਸੀ। ਉਹ 22-23 ਲੱਖ ਇੱਕ ਪਾਸੇ ਹੈ ਤੇ ਵਿਚਾਰਾ ਦਾਰਾ ਸ਼ਿਕੋ ਕੁੱਲ 5000 ਫੌਜ ਦੀ ਕੀ ਬੁੱਕਤ ਹੈ। 5000 ਸਿਪਾਹੀਆਂ ਨੂੰ ਲੈ ਕੇ ਦਾਰਾ ਸ਼ਿਕੋ ਸ੍ਰੀ ਗੋਇੰਦਵਾਲ ਸਾਹਿਬ ਤੋਂ ਚਾਲੇ ਪਾ ਗਿਆ। 9 ਰੰਗ ਕੋ ਲਸ਼ਕਰ ਤਬ ਆਇਵ। ਇਧਰੋਂ ਦਾਰਾ ਸ਼ਿਕੋ ਗਿਆ ਤੇ ਉਧਰੋਂ ਔਰੰਗਜ਼ੇਬ ਦਾ ਲਸ਼ਕਰ ਬਿਆਸਾ ਦਰਿਆ ਦੇ ਨੇੜੇ ਪਹੁੰਚ ਗਿਆ। ਤੋ ਪੰਜਬੂਰਨ ਕੋ ਗਨ ਲਿਆਇਵ। ਇਹ ਦਿੱਲੀ ਵਾਲੇ ਪਾਸਿਓਂ ਗੋਇੰਦਵਾਲ ਸਾਹਿਬ ਦੇ ਪਤਨ ਦੇ ਲਾਗੇ ਆਏ ਨੇ।
ਬਹੁਤ ਸਾਰੀਆਂ ਤੋਪਾਂ, ਜਮੂਰੇ, ਰਹਿਕਲੇ ਬੀੜ ਦਿੱਤੇ ਇਹਨਾਂ ਨੇ। ਤਰੀ ਸਕੇਲਨ ਸਕਲ ਕਰਾਏ। ਔਰ ਕਿਸ਼ਤੀਆਂ ਇਕੱਠੀਆਂ ਕਰਨੀਆਂ ਚਾਹੁੰਦੇ ਆ ਵੀ ਅਸੀਂ ਕਿਸ਼ਤੀਆਂ ਤੇ ਬਹਿ ਕੇ ਪਾਰ ਲੰਘੀਏ। ਸਾਵਧਾਨ ਹੋਇਆ ਸ਼੍ਰੀ ਹਰਿ ਰਾਏ। ਪਰ ਗੁਰੂ ਸਾਹਿਬ ਨੇ ਪਹਿਲਾਂ ਹੀ ਸਾਰੀਆਂ ਬੇੜੀਆਂ ਆਪਣੇ ਕਬਜ਼ੇ 'ਚ ਕਰ ਲਈਆਂ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਜਿਹੜੀਆਂ ਦੁਆਬੇ ਵਾਲੇ ਇਸ ਪਾਸੇ ਦਰਿਆ ਦੇ ਖੜੀਆਂ ਸੀ ਨਾ, ਬਿਆਸਾ ਦਰਿਆ ਦੇ ਬੇੜੀਆਂ, ਦਰਿਆ ਦੇ ਉੱਤੇ ਬੋਟਾਂ ਸਨ, ਕਿਸ਼ਤੀਆਂ ਸਨ, ਉਹ ਸਾਰੀਆਂ ਹੀ ਤਰੀ ਇਕੱਠੀਆਂ ਕਰਕੇ ਪਰਲੇ ਪਾਸੇ ਸ੍ਰੀ ਗੋਇੰਦਵਾਲ ਸਾਹਿਬ ਮਾਝੇ ਵਾਲੇ ਪਾਸੇ ਕਿਨਾਰੇ ਤੇ ਆਪਣੇ ਕਬਜ਼ੇ 'ਚ ਕਰ ਲਈਆਂ। ਨਿਜ ਦਲ ਸਕਲ ਤੋਪ ਬਲ ਭਰੇ। ਤੇ ਆਪਣੀ ਫੌਜ ਨੂੰ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਉਰਲੇ ਸ੍ਰੀ ਗੋਇੰਦਵਾਲ ਸਾਹਿਬ ਵਾਲੇ ਕਿਨਾਰੇ ਦੇ ਉੱਤੇ ਮੋਰਚੇ ਤੇ ਖੜੇ ਕਰ ਦਿੱਤਾ। ਤੋਪਾਂ ਬੀੜ ਦਿੱਤੀਆਂ, ਆਪਣੇ ਰਹਿਕਲੇ ਜੰਬੂਰੇ ਤਿਆਰ ਕਰਕੇ ਫੌਜ ਆਪਣੀ ਸਿੱਖਾਂ ਦੀ 2200 ਘੋੜ ਸਵਾਰ ਸਨ। ਉਹ ਮਹਾਰਾਜ ਨੇ ਸ੍ਰੀ ਗੋਇੰਦਵਾਲ ਸਾਹਿਬ ਵਾਲੇ ਪਾਸੇ ਦਰਿਆ ਦੇ ਉੱਤੇ ਲਾ ਦਿੱਤੇ ਹਨ। ਤੀਰ ਬਿਪਾਸਾ ਸਨਮੁਖ ਖੜੇ। ਦਰਿਆ ਬਿਆਸਾ ਦੇ ਕਿਨਾਰੇ ਖੜੇ ਆ ਵੀ ਦਰਿਆ ਤੋਂ ਕੋਈ ਪਾਰ ਨਾ ਲੰਘ ਕੇ ਆਵੇ। ਇੱਕ ਦੋ ਸ਼ਲਖ ਸਕਲ ਕਰਵਾਈ। ਇੱਕ ਦੋ ਵਾਰੀ ਤੋਪਾਂ ਚਲਾਈਆਂ ਵੀ ਹਨ, ਸ਼ਲਖ ਕਰਵਾਈ ਬੰਦੂਕਾਂ ਦੀ, ਤਾਂ ਕਿ ਦੁਸ਼ਮਣ ਨੂੰ ਪਤਾ ਲੱਗ ਜੇ ਵੀ ਅੱਗੇ ਚੂੜੀਆਂ ਪਾ ਕੇ ਨਹੀਂ ਖੜੇ। ਅੱਗੇ ਵੀ ਤਿਆਰ ਬਰ ਤਿਆਰ ਫੌਜਾਂ ਖੜੀਆਂ ਗੁਰੂ ਦੀਆਂ। ਔਰੰਗਜ਼ੇਬ ਦੀ ਫੌਜ ਨੂੰ ਡਰਾਉਣ ਵਾਸਤੇ ਸਿੱਖਾਂ ਨੇ ਗੋਲੀ ਚਲਾਈ ਹੈ। ਧੁਨ ਤੇ ਅਵਨੀ ਨਭ ਗਰ ਜਾਈ। ਕਹਿੰਦੇ ਗੋਲੀਆਂ ਦੇ ਤੋਪਾਂ ਦੇ ਫਾਇਰ ਜਦੋਂ ਹੋਏ ਨਾ ਤੇ ਧਰਤੀ ਤੇ ਅਸਮਾਨ ਗੂੰਜ ਗਿਆ। ਧੂਮ ਉੱਡਿਓ ਅੰਧੇਰਾ ਭਇਓ। ਤੇ ਤੋਪਾਂ ਦੇ ਧੂਏ ਨਾਲ ਇੰਨਾ ਹਨੇਰਾ ਹੀ ਹਨੇਰਾ ਹੋ ਗਿਆ। ਜਨ ਸਾਵਨ ਕੋ ਘਨ ਉਮੜਿਓ। ਜਿਵੇਂ ਸਾਵਣ ਦੇ ਮਹੀਨੇ ਦੇ ਬੱਦਲ ਕਾਲੇ ਬੋਲੇ ਆ ਜਾਂਦੇ ਨਾ ਉਮੜ ਉਮੜ ਕੇ, ਇਸ ਤਰ੍ਹਾਂ ਦਾ ਹਨੇਰਾ ਤੋਪਾਂ ਨੇ ਕਰ ਦਿੱਤਾ ਹੈ। ਨਦੀ ਤੀਰ ਪਰ ਕਰ ਵਿਸਤਾਰੋ। ਗੁਰੂ ਸਾਹਿਬ ਜੀ ਨੇ ਆਪਣੀ ਫੌਜ, ਆਪਣਾ ਤੋਪਖਾਨਾ, ਆਪਣੇ ਰਹਿਕਲੇ ਜੰਬੂਰੇ ਸਾਰੇ ਨਦੀ ਦੇ ਮਾਝੇ ਵਾਲੇ ਪਾਸੇ, ਸ੍ਰੀ ਗੋਇੰਦਵਾਲ ਸਾਹਿਬ ਵਾਲੇ ਪਾਸੇ ਕਿਨਾਰੇ ਕਿਨਾਰੇ ਤੇ ਬੀੜੇ ਹੋਏ ਹਨ। ਬੜੀ ਦੂਰ ਤੱਕ ਫੌਜ ਖਿਲਾਰੀ ਹੈ ਵਿਸਥਾਰ ਕਰਕੇ, ਤਾਂ ਕਿ ਦੁਸ਼ਮਣ ਨੂੰ ਇੱਦਾਂ ਲੱਗੇ ਵੀ ਪਰਲੇ ਪਾਸੇ ਬਹੁਤ ਜ਼ਿਆਦਾ ਫੌਜ ਹੈ। ਥੋੜ੍ਹੀ ਫੌਜ ਵੀ ਕਈ ਵਾਰੀ ਸਾਧ ਸੰਗਤ ਜੀ ਬਹੁਤੀ ਕਰਕੇ ਦਿਖਾਈ ਜਾਂਦੀ ਹੈ। ਜਦੋਂ 1984 ਦਾ ਭਾਣਾ ਵਰਤਿਆ, ਸਾਡੇ ਬਜ਼ੁਰਗ ਦਾਦਾ ਜੀ ਉੱਥੇ ਲਖੀਮਪੁਰ ਖੀਰੀ ਯੂਪੀ ਦੇ ਵਿੱਚ 3-4 ਸਿੰਘਾਂ ਦੇ ਨਾਲ ਹੀ ਕਈ ਹਜ਼ਾਰ ਬੰਦੇ ਨੂੰ ਡਰਾ ਦਿੱਤਾ। ਉਹ 3-4 ਹੀ ਸਿੰਘ ਸਨ, ਉਹਨਾਂ ਨੂੰ ਕਦੀ ਪੀਲੀ ਪੱਗ ਬਣਾ ਦੇਣੀ, ਕਦੀ ਨੀਲੀ, ਉੱਥੇ ਤੇ ਉਹ ਗੈਲਰੀ 'ਚ ਘੁੰਮੀ ਜਾਣ, ਤਲਵਾਰਾਂ ਫੜੀਆਂ ਹੋਈਆਂ, ਹੈ ਤਾਂ 2-3 ਹੀ ਕਿਰਪਾਨਾਂ ਸਨ, ਕਹਿੰਦੇ 1-2 ਬਰਛੇ ਸਨ, ਪਰ ਬਾਹਰ ਇੱਦਾਂ ਲੱਗੇ ਵੀ ਪਤਾ ਨਹੀਂ ਗੁਰਦੁਆਰੇ 'ਚ ਕਿੰਨੀ ਕੁ ਫੌਜ ਹੈ, ਪਤਾ ਨਹੀਂ ਕਿੰਨੀ ਹਜ਼ਾਰ ਸਿੱਖ ਆਏ ਹੋਏ। ਉਹਨਾਂ ਦੀ ਜ਼ਰੂਰਤ ਹੀ ਨਹੀਂ ਪਈ 1984 ਦੇ ਵਿੱਚ ਵੀ ਗੁਰਦੁਆਰੇ ਨੂੰ ਅੱਗ ਲਾ ਲੈਣ ਜਾਂ ਸਾੜ ਸਕਣ। ਇਸ ਤਰ੍ਹਾਂ ਸਾਧ ਸੰਗਤ ਜੀ, ਦੁਸ਼ਮਣ ਦਾ ਮਨੋਬਲ ਘੇਰਨਾ ਹੋਵੇ, ਆਪਣੀ ਤਾਕਤ ਨੂੰ ਵਧਾ ਕੇ ਦਿਖਾਈਦਾ ਹੈ। ਜੇ ਆਪਣੀ ਤਾਕਤ ਦਾ ਦੁਸ਼ਮਣ ਨੂੰ ਅੰਦਾਜ਼ਾ ਲੱਗ ਜਾਏ ਵੀ ਜ਼ਿਆਦਾ ਹੈ, ਫਿਰ ਉਹ ਡਰ ਜਾਂਦਾ। ਜੇ ਉਹਨੂੰ ਅੰਦਾਜ਼ਾ ਲੱਗ ਜਾਏ ਵੀ ਦੁਸ਼ਮਣ ਦੀ ਤਾਕਤ ਘੱਟ ਹੈ, ਤੇ ਦੁਸ਼ਮਣ ਦਾ ਹੌਸਲਾ ਵੱਧ ਜਾਂਦਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਣੇ 2200 ਸਿੱਖਾਂ ਨੂੰ ਹੀ 22000 ਬਣਾਤਾ। ਕਿਵੇਂ ਬਣਾਤਾ? ਉਹਨਾਂ ਨੂੰ ਦਰਿਆ ਦੇ ਕਿਨਾਰੇ 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 ਦੂਰ ਤੋਂ ਹੀ ਖਿਲਾਰ ਦਿੱਤਾ, ਤਾਂ ਕਿ ਔਰੰਗਜ਼ੇਬ ਦੀ ਫੌਜ ਨੂੰ ਇੱਦਾਂ ਲੱਗੇ ਵੀ ਗੁਰੂ ਸਾਹਿਬ ਜਿਹੜੀ ਪਰਲੇ ਪਾਸੇ ਫੌਜ ਖੜੀ ਹੈ ਉਹ ਬਹੁਤ ਜ਼ਿਆਦਾ ਹੈ। ਖਰੋ ਕਰਿਓ ਆਪਣੋ ਦਲ ਪਹਾਰੋ। ਗੁਰੂ ਸਾਹਿਬ ਨੇ ਆਪਣੀ ਫੌਜ ਨੂੰ, ਆਪਣੇ ਦਲ ਨੂੰ ਇਸ ਤਰੀਕੇ ਨਾਲ ਵੰਡਿਆ। 2200 ਸਿੱਖ ਇੱਦਾਂ ਲੱਗਦੇ ਸੀ ਜਿਵੇਂ 22000 ਹੋਣ। ਸਾਰਾ ਬਿਆਸਾ ਦਾ ਕਿਨਾਰਾ ਰੋਕ ਲਿਆ। ਜ਼ਰੀ ਬਾਦਲਾ ਬ੍ਰਿੰਦ ਨਿਸ਼ਾਨ। ਨਿਸ਼ਾਨ ਸਾਹਿਬ ਜਿਹੜੇ ਹੁੰਦੇ ਸੀ ਨਾ, ਉਦੋਂ ਸਾਧ ਸੰਗਤ ਜੀ ਲਿਸ਼ਕਣੇ ਕੱਪੜੇ ਦੇ ਹੁੰਦੇ ਸੀ, ਚਮਕਦਾਰ, ਜਿਨ੍ਹਾਂ ਦੇ ਜਰੀ ਦੀ ਕਢਾਈ ਕੱਢੀ ਹੁੰਦੀ ਸੀ। ਅੱਜ ਕੱਲ੍ਹ ਤਾਂ ਨਿਸ਼ਾਨ ਸਾਹਿਬ ਅਸੀਂ ਜਿਹੜੇ ਹਨ ਉਹ ਬੜੇ ਸਾਦੇ ਜਿਹੇ ਬਣਾਉਣ ਲੱਗ ਪਏ ਆ। ਗੁਰੂ ਸਾਹਿਬ ਜੀ ਦੇ ਸਮੇਂ ਸੁਨਹਿਰੀ ਤਿੱਲੇ ਵਾਲੀ ਕਢਾਈ ਜਰੀ ਬਾਦਲੇ ਦੀ ਨਿਸ਼ਾਨ ਸਾਹਿਬ ਦੇ ਕੱਪੜੇ 'ਤੇ ਹੁੰਦੀ ਸੀ, ਤਾਂ ਕਿ ਲਿਸ਼ਕਾਰਾ ਦੂਰੋਂ ਪਵੇ। ਕਈ ਮੀਲਾਂ ਤੋਂ ਨਿਸ਼ਾਨ ਸਾਹਿਬ ਲਿਸ਼ਕਦੇ ਸਨ ਵੀ ਨਿਸ਼ਾਨ ਸਾਹਿਬ ਝੂਲਦੇ ਆ।
ਇਹ ਤਾਂ ਨਿਸ਼ਾਨ ਸਾਹਿਬ ਬਹੁਤ ਸਾਰੇ ਸਨ, ਜਰੀ ਦੇ, ਬਾਦਲੇ ਦੇ, ਬਹੁਤ ਕੀਮਤੀ ਨਿਸ਼ਾਨ ਝੂਲਦੇ ਹਨ। ਬੀਚ ਚਮੂਕੇ ਦਮਨ ਮਹਾਨ, ਮਹਾਰਾਜ ਦੀ ਫੌਜ ਦੇ ਕਿੰਨੇ ਹੀ ਨਿਸ਼ਾਨ ਸਾਹਿਬ ਨਿਸ਼ਾਨਚੀ ਸਿੱਖਾਂ ਨੇ ਘੋੜਿਆਂ ਤੇ ਫੜੇ ਹੋਏ ਨੇ, ਤੇ ਉਹ ਜਦੋਂ ਤੁਰਦੇ ਨੇ ਨਿਸ਼ਾਨ ਸਾਹਿਬਾਂ ਦੇ ਫਰਲੇ ਹਵਾ 'ਚ ਉੱਡਦੇ ਨੇ, ਨਗਾਰੇ ਵੱਜਦੇ ਨੇ, ਸਿੱਖਾਂ ਦੇ ਜੈਕਾਰੇ ਗੂੰਜਦੇ ਨੇ। ਗੁਰੂ ਦੀ ਫੌਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਦਲ ਬਿਆਸਾ ਦੇ ਕਿਨਾਰੇ ਤੇ ਬਹੁਤ ਜ਼ਿਆਦਾ ਨਜ਼ਰ ਆਉਂਦਾ ਹੈ। ਬਹੁਤ ਹੌਂਸੇ ਤੁੰਕਾਰਤ ਐਸੇ, ਮਹਾਰਾਜ ਦੇ ਨਗਾਰ 'ਚ ਸਿੱਖਾਂ ਨੇ ਬਹੁਤ ਸਾਰੇ ਨਗਾਰੇ ਦੋਹਰੀਆਂ ਚੋਭਾਂ ਲਾ ਕੇ ਵਜਾਏ ਨੇ। ਘੋਰਤ ਘਟਾ ਕੋਖ ਬੜ ਜੈਸੇ, ਸ੍ਰੀ ਗੋਇੰਦਵਾਲ ਸਾਹਿਬ ਵਾਲੇ ਪਾਸੇ ਇੰਨੇ ਨਗਾਰੇ ਵੱਜ ਰਹੇ ਨੇ, ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਤੇ ਨਗਾਰਿਆਂ ਦੇ ਨਾਲ ਨਾਲ ਰਣ ਸਿੰਘੇ ਤੁਰਰੀਆਂ ਵੱਜਦੀਆਂ ਨੇ, ਸਿੱਖਾਂ ਦੇ ਜੈਕਾਰੇ ਗੂੰਜਦੇ ਨੇ, ਤੇ ਨਿਸ਼ਾਨ ਸਾਹਿਬਾਂ ਦੇ ਫਰਲੇ ਲਿਸ਼ਕਦੇ ਨੇ। ਨੌ ਰੰਗ ਕੋ ਲਸ਼ਕਰ ਜਬ ਆਵਾ, ਜਦੋਂ ਔਰੰਗਜ਼ੇਬ ਬਾਦਸ਼ਾਹ ਦਾ ਲਸ਼ਕਰ, ਉਹਦੀ ਫੌਜ ਆਈ ਹੈ, ਜਾਣਿਓ ਦਾਰਸ਼ ਕੋ ਹਥਰਾਵਾ, ਤੇ ਉਹਨਾਂ ਨੂੰ ਪਤਾ ਲੱਗਾ ਹੈ ਵੀ ਦਾਰਾ ਸ਼ਿਕੋ ਖੜਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਗੁਰੂ ਹਰਿਰਾਏ ਸਾਹਿਬ ਖੜੇ ਹਨ। ਉਹਨਾਂ ਨੂੰ ਤਾਂ ਇਹ ਲੱਗਾ ਵੀ ਪਰਲੇ ਪਾਸੇ ਜਿਹੜੀ ਫੌਜ ਹੈ ਇਹ ਦਾਰਾ ਸ਼ਿਕੋ ਦੀ ਹੈ, ਨਹੀਂ ਪਾਰਖਾ ਤਿਨ ਤੇ ਹੋਈ। ਦੂਜੇ ਪਾਸੇ ਹੋਣ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਾ, ਪਰਖ ਨਹੀਂ ਕਰ ਸਕੀ ਔਰੰਗਜ਼ੇਬ ਦੀ ਫੌਜ ਵੀ ਇਹ ਫੌਜ ਦਾਰਾ ਸ਼ਿਕੋ ਦੀ ਹੈ ਜਾਂ ਗੁਰੂ ਸਾਹਿਬ ਦੀ ਹੈ। ਉਹ ਤਾਂ ਇਹ ਹੀ ਸਮਝਦੇ ਰਹੇ ਵੀ ਸਾਡੇ ਦੁਸ਼ਮਣ ਦੀ ਫੌਜ ਹੈ, ਦਾਰਾ ਸ਼ਿਕੋ ਦੀ ਪਰਲੇ ਪਾਸੇ ਖੜੀ ਹੋਈ ਹੈ। ਟਿਕੇ ਤਹਾਂ ਨਹਿ ਗਮਨੇ ਸੋਈ, ਉਹ ਇਸ ਪਾਸੇ ਗੁਰੂ ਸਾਹਿਬ ਦੀ ਫੌਜ ਖੜੀ ਰਹੀ ਰਾਹ ਰੋਕ ਕੇ, ਤੇ ਉਧਰੋਂ ਔਰੰਗਜ਼ੇਬ ਦੀ ਫੌਜ ਦੁਆਬੇ ਵਾਲੇ ਪਾਸੇ, ਯਾਨੀ ਜਿਹੜਾ ਸੁਲਤਾਨਪੁਰ ਵਾਲਾ ਪਾਸਾ ਹੈ, ਇਹਨੂੰ ਦੁਆਬੇ ਵਾਲਾ, ਜਿਹਨੂੰ ਮੁੰਡੀ ਮੋੜ ਕਹਿ ਦਿੰਦੇ, ਮੁੰਡੀ ਚੌਂਕ, ਇੱਥੇ ਕਰਕੇ ਫੌਜਾਂ ਖੜੀਆਂ ਸਨ। ਜਿਹੜਾ ਕਪੂਰਥਲੇ ਤੋਂ ਸਾਧ ਸੰਗਤ ਜੀ ਰੋਡ ਜਾਂਦਾ ਹੈ ਸੁਲਤਾਨਪੁਰ ਸਾਹਿਬ ਨੂੰ, ਉਹਦੇ ਵਿੱਚੋਂ ਹੀ ਰੋਡ ਫਟਦਾ ਹੈ ਗੋਇੰਦਵਾਲ ਸਾਹਿਬ ਨੂੰ। ਅੱਜ ਕੱਲ੍ਹ ਤਾਂ ਪੁਲ ਬਣ ਗਿਆ ਹੈ, ਉਦੋਂ ਪੱਤਣ ਹੀ ਸੀ ਦਰਿਆ ਦਾ। ਸੋ ਦਰਿਆ ਦੇ ਉਰਲੇ ਪਾਸੇ ਔਰੰਗਜ਼ੇਬ ਦੀ ਫੌਜ ਇਹ ਸੋਚ ਰਹੀ ਹੈ ਕਿ ਸਾਹਮਣੇ ਦਾਰਾ ਸ਼ਿਕੋ ਦੀ ਫੌਜ ਹੈ। ਸੁਧ ਲੈਬੇ ਕੋ ਪਠ ਹਲਕਾਰੇ, ਫਿਰ ਔਰੰਗਜ਼ੇਬ ਦੀਆਂ ਫੌਜਾਂ ਨੇ ਪਰਲੀਆਂ ਫੌਜਾਂ ਦਾ ਪਤਾ ਲਾਉਣ ਵਾਸਤੇ ਵੀ ਉਹ ਫੌਜਾਂ ਕਿਸ ਦੀਆਂ ਹਨ, ਹਲਕਾਰੇ ਭੇਜੇ ਹਨ। ਤਰਸਲ ਤਾਕੇ ਉਤਰੇ ਪਾਰੇ, ਉਹ ਹਲਕਾਰੇ ਜਿਹੜੇ ਹਨ ਇੱਕ ਦੋ ਬੰਦੇ ਪਾਰਲੇ ਪਾਸੇ ਗਏ ਹਨ। ਜਾਏ ਤਹਾਂ ਦਲ ਗੁਰੂ ਨਿਹਾਰਾ, ਅੱਗੇ ਜਾ ਕੇ ਵੇਖਿਆ ਤੇ ਗੁਰੂ ਦੀ ਫੌਜ ਹੈ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ 7ਵੇਂ ਪਾਤਸ਼ਾਹ ਜੀ ਹਨ, ਉਹਨਾਂ ਦੀਆਂ ਸਿੱਖ ਫੌਜਾਂ, ਗੁਰੂ ਕੀਆਂ ਫੌਜਾਂ ਖੜੀਆਂ ਹਨ ਤਿਆਰ ਬਰ ਤਿਆਰ, ਸ਼ਸਤਰਾਂ ਨਾਲ ਲੈਸ ਹੋ ਕੇ। ਉਮੜਿਓ ਲੜਨ ਹੇਤ ਬਲ ਪਹਾਰਾ, ਕਹਿੰਦੇ ਗੁਰੂ ਮਹਾਰਾਜ ਦਾ ਦਲ ਜੰਗ ਦੇ ਲਈ ਤਿਆਰ ਖੜਾ ਹੈ। ਫੌਜਾਂ ਸ਼ਸਤਰ ਦਾ ਤਿਆਰ ਬਰ ਤਿਆਰ ਕਰਕੇ, ਬੰਦੂਕਾਂ ਕੱਸ ਕੇ, ਤੋਪਾਂ ਕੱਸ ਕੇ ਖੜੀਆਂ ਹਨ। ਸਰਬ ਭੇਦ ਸੋ ਲੈ ਕਰ ਆਏ, ਉਹਨਾਂ ਨੇ ਗੁਰੂ ਸਾਹਿਬ ਜੀ ਨਾਲ ਗੱਲਬਾਤ ਕੀਤੀ ਜਾਂ ਸਾਰਾ ਭੇਤ ਲੈ ਕੇ ਆਏ। ਦਾਰਸ਼ ਕੋਹ ਗਇਓ ਅਗਵਾਏ, ਉਹਨਾਂ ਨੇ ਆ ਕੇ ਔਰੰਗਜ਼ੇਬ ਦੀਆਂ ਫੌਜਾਂ ਨੂੰ, ਜਰਨਲ ਕਰਨਲ ਅਫਸਰਾਂ ਨੂੰ ਦੱਸਿਆ, ਕਿਉਂਕਿ ਔਰੰਗਜ਼ੇਬ ਆਪ ਤਾਂ ਨਾਲ ਨਹੀਂ ਸੀ ਆਇਆ, ਉਹ ਆਪਣੀ ਫੌਜਾਂ ਦੇ ਜਰਨਲ ਭੇਜੇ ਸਨ, ਅਫਸਰ ਭੇਜੇ ਸਨ, ਜਾਓ ਦਾਰਾ ਸ਼ਿਕੋ ਨੂੰ ਫੜ ਕੇ ਲਿਆਓ। ਉਹਨਾਂ ਅਫਸਰਾਂ ਨੂੰ ਆ ਕੇ CID ਵਾਲਿਆਂ ਨੇ, ਹਲਕਾਰਿਆਂ ਨੇ ਦੱਸਿਆ ਹੈ ਕਿ ਦਾਰਾ ਸ਼ਿਕੋ ਤਾਂ ਅੱਗੇ ਚਲਾ ਗਿਆ, ਲਾਹੌਰ ਨੂੰ ਚਲਾ ਗਿਆ ਹੈ। ਇਹ ਤੋ ਗੁਰ ਕੀ ਚੰਮੂ ਖਰੀ ਹੈ, ਇਹ ਜਿਹੜੀ ਫੌਜ ਖੜੀ ਹੈ ਦਰਿਆ ਰੋਕ ਕੇ ਪਰਲੇ ਪਾਸੇ, ਇਹ ਗੁਰੂ ਮਹਾਰਾਜ ਦੀ, ਗੁਰੂ ਹਰਿਰਾਏ ਸਾਹਿਬ ਜੀ ਦੀ ਫੌਜ ਹੈ। ਆਪਣੇ ਹਿਤ ਸਵਧਾਨ ਕਰੀ ਹੈ, ਗੁਰੂ ਨੇ ਆਪਣੇ ਨਗਰ ਦੀ, ਗੋਇੰਦਵਾਲ ਸਾਹਿਬ ਗੁਰੂ ਅਸਥਾਨ ਦੀ ਸੇਫਟੀ ਵਾਸਤੇ ਫੌਜ ਖੜੀ ਕੀਤੀ ਹੋਈ ਹੈ। ਭੇਤ ਪਾਏ ਕਰ ਦੂਤ ਪਠਾਏ, ਤੇ ਜਦੋਂ ਇਹ ਭੇਤ ਮਿਲਿਆ ਇਹਨਾਂ ਨੂੰ ਵੀ ਫੌਜ ਦਾਰਾ ਸ਼ਿਕੋ ਦੀ ਨਹੀਂ, ਗੋਇੰਦਵਾਲ ਵਿੱਚ ਗੁਰੂ ਹਰਿਰਾਏ ਸਾਹਿਬ ਦੀ ਫੌਜ ਹੈ, ਤਾਂ ਉਹਨਾਂ ਨੇ ਸਾਧ ਸੰਗਤ ਜੀ ਫਿਰ ਦੁਬਾਰਾ ਆਪਣੇ ਬੰਦੇ, ਜਿਹੜੇ ਮੁਖੀ ਬੰਦੇ ਸਨ,
ਦੂਤ ਗੱਲਬਾਤ ਕਰਨ ਵਾਲੇ ਵਕੀਲ ਭੇਜੇ ਹਨ। ਸ੍ਰੀ ਹਰਿ ਰਾਏ ਨਿਕਟ ਸੋ ਆਏ। ਉਹ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦੇ ਕੋਲ ਆਏ ਹਨ, ਪ੍ਰਧਾਨ ਬੰਦੇ। ਕਰੀ ਬੰਦਨਾ ਅਰਜ਼ ਗੁਜ਼ਾਰੀ। ਉਹਨਾਂ ਨੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ ਹੈ। ਇਮਨੋ ਰੰਗ ਉਮਰਾਵ ਉਚਾਰੀ। ਹੇ ਗੁਰੂ ਜੀ, ਔਰੰਗਜ਼ੇਬ ਦੇ ਉਮਰਾਵਾਂ ਨੇ ਤੁਹਾਡੇ ਵਾਲੇ ਸੁਨੇਹਾ ਭੇਜਿਆ ਹੈ। ਤੁਮ ਕਿਉ ਲੜਨ ਹੇਤ ਭੇ ਖਰੇ। ਤੁਸੀਂ ਸਾਡੇ ਨਾਲ ਲੜਨ ਲਈ ਕਿਉਂ ਖੜੇ ਹੋ? ਤੁਹਾਡੀ ਸਾਡੀ ਕੀ ਲੜਾਈ ਹੈ? ਸਾਨੂੰ ਰਸਤਾ ਦੇ ਜਾਣ ਦਿਓ, ਪਰਲੇ ਪਾਸੇ ਅਸੀਂ ਅੱਗੇ ਜਾਣਾ ਹੈ। ਤੁਸੀਂ ਸਾਡਾ ਰਸਤਾ ਰੋਕ ਕੇ ਗੁਰੂ ਜੀ ਕਿਉਂ ਖੜੇ ਹੋ? ਬਿਨ ਕਾਰਨ ਕਿਉ ਮਗਮੋ ਅਰੇ। ਤੁਸੀਂ ਬਿਨਾਂ ਕਾਰਨ ਦੇ ਰਾਹ ਰੋਕ ਲਿਆ, ਗੋਇੰਦਵਾਲ ਦਾ ਪੱਤਣ ਰੋਕ ਲਿਆ ਹੈ। ਸੁਨ ਸਤ ਗੁਰ ਹਰਿ ਰਾਏ ਬਖਾਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਤਾਂ ਦੀ ਗੱਲ ਸੁਣ ਕੇ ਆਖਿਆ, ਆਪਣੇ ਹੇਤ ਹਮ ਹੈ ਸਵਧਾਨਾ। ਬਈ ਅਸੀਂ ਤੇ ਆਪਣੀ ਸੇਫਟੀ ਲਈ ਖੜੇ ਆ। ਸਾਡੀ ਗੁਰੂ ਦੀ ਧਰਤੀ ਹੈ ਗੋਇੰਦਵਾਲ ਸਾਹਿਬ, ਕੋਈ ਇਹਦਾ ਨੁਕਸਾਨ ਨਾ ਕਰੇ, ਕੋਈ ਇੱਥੇ ਆ ਕੇ ਲੁੱਟ ਖੋਹ ਨਾ ਕਰੇ, ਕੋਈ ਗੁਰੂ ਕੀ ਨਗਰੀ ਗੁਰੂ ਅਮਰਦਾਸ ਦੀ ਧਰਤੀ ਦੀ ਬੇਅਦਬੀ ਨਾ ਕਰੇ। ਇਸ ਕਰਕੇ ਅਸੀਂ ਤੇ ਆਪਣਾ ਬਚਾਅ ਕਰਨ ਲਈ, ਆਪਣੀ ਨਗਰੀ ਦੀ ਸੇਫਟੀ ਕਰਨ ਲਈ ਖੜੇ ਆ। ਪਤਸ਼ਾਹਤ ਮੈਂ ਰੋਰਾ ਹੈ। ਕਿਉਂਕਿ ਤੁਹਾਡੀ ਬਾਦਸ਼ਾਹੀ ਦਾ ਰੌਲਾ ਪਿਆ ਹੋਇਆ ਹੈ। ਕੋਈ ਨਹੀਂ ਕੋਈ ਲੁੱਟਣ ਨਾ ਆ ਜਾਵੇ ਗੁਰੂ ਦੀ ਨਗਰੀ ਨੂੰ। ਜਦੋਂ ਬਾਦਸ਼ਾਹੀ ਰੌਲਾ ਪੈ ਜਾਂਦਾ ਹੈ, ਦੇਸ਼ 'ਚ ਗੜਬੜ ਹੋ ਜਾਂਦੀ ਹੈ, ਫਿਰ ਚੋਰ ਲੁਟੇਰੇ ਡਾਕੂ ਜੋ ਮਰਜ਼ੀ ਕਰੀ ਜਾਂਦੇ ਆ, ਉਹਨਾਂ ਤੋਂ ਫਿਰ ਆਪਣਾ ਬਚਾਅ ਕਰਨਾ ਪੈਂਦਾ ਹੈ। ਜਾਂ ਤੇ ਹਮ ਭਰੋਸ ਨਹਿ ਲਹੈ। ਅਸੀਂ ਕਿਸੇ ਦਾ ਭਰੋਸਾ ਨਹੀਂ ਕਰਦੇ। ਅਸੀਂ ਹੁਣ ਕੀ ਕਰੀਏ? ਅਸੀਂ ਆਪਣੀ ਸੇਫਟੀ ਤਾਂ ਆਪ ਕਰਨੀ ਹੋਈ, ਆਪਣੀ ਜਾਨ ਮਾਲ ਦੇ ਰਾਖੇ ਤਾਂ ਅਸੀਂ ਬਣਨਾ ਹੀ ਹੈ। ਆਪਣੇ ਘਰ ਦੀ ਰਾਖੀ ਕਰਨਾ ਸਭ ਦਾ ਹੱਕ ਬਣਦਾ ਹੈ। ਪ੍ਰਥਮ ਕੂਚ ਕਰ ਹਮ ਚੱਲ ਜਾਵੈਂ। ਦੇਖੋ, ਪਹਿਲਾਂ ਅਸੀਂ ਇੱਥੋਂ ਜਾਵਾਂਗੇ, ਫਿਰ ਤੁਸੀਂ ਲੰਘੋਗੇ। ਪਹਿਲਾਂ ਸਾਨੂੰ ਇੱਥੋਂ ਜਾਣ ਦਿਓ, ਸਾਡਾ ਰਸਤਾ ਛੱਡੋ, ਪੁਨ ਪੀਛੇ ਕੋ ਉਤਰਨ ਪਾਵੈ। ਫਿਰ ਕੋਈ ਤੁਹਾਡੀ ਫੌਜ ਪਾਰ ਉਤਰੇਗੀ, ਪਹਿਲਾਂ ਅਸੀਂ ਜਾਵਾਂਗੇ। ਅਪਰ ਹਮਾਰੋ ਹੇਤ ਨਾ ਕੋਈ। ਹੋਰ ਸਾਡਾ ਕਿਸੇ ਨਾਲ ਕੋਈ ਕਾਰਨ ਨਹੀਂ, ਤੁਹਾਡੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ, ਪਰ ਤੁਸੀਂ ਕੌਣ ਹੋ ਸਾਨੂੰ ਕੀ ਪਤਾ। ਅਸੀਂ ਤਾਂ ਆਪਣੇ ਨਗਰ ਦੀ, ਆਪਣੀ ਫੌਜ ਦੀ, ਆਪਣੇ ਆਪ ਦੀ ਸੇਫਟੀ ਕਰ ਰਹੇ ਸੀ। ਹਾਂਜੀ, ਮਗ ਮਹਿ ਮਿਲ ਹੈ ਨ ਸਹਿ ਨਾ ਦੋਈ। ਇਸ ਕਰਕੇ ਤੁਸੀਂ ਸਾਨੂੰ ਰਸਤਾ ਛੱਡ ਦਿਓ, ਕਿਤੇ ਆਪਣੀਆਂ ਫੌਜਾਂ ਆਪਸ ਮਿਲ ਨਾ ਪੈਣ। ਕਿਉਂਕਿ ਜਦੋਂ ਫੌਜਾਂ ਮਿਲਦੀਆਂ ਨੇ, ਕੋਈ ਸ਼ਰਾਰਤੀ ਬੰਦਾ ਸ਼ਰਾਰਤ ਕਰ ਦੇਵੇ, ਲੜਾਈ ਮੱਘ ਜਾਂਦੀ ਹੈ, ਫਿਰ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਇਸ ਕਰਕੇ ਦੋ ਫੌਜਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ। ਤੁਸੀਂ ਆਪਣੀ ਫੌਜ ਨੂੰ ਪਰੇ ਕਰੋ, ਅਸੀਂ ਇੱਥੋਂ ਲੰਘ ਜਾਈਏ। ਸੁਨਤ ਦੂਤ ਨੇ ਆਨ ਬਖਾਨਾ। ਸਤਿਗੁਰੂ ਜੀ ਦਾ ਇਹ ਸੁਨੇਹਾ ਦੂਤ ਨੇ ਸੁਣ ਕੇ ਉਹਨਾਂ ਫੌਜੀ ਅਫਸਰਾਂ ਨੂੰ ਦੱਸਿਆ, ਜਿਹੜੇ ਔਰੰਗਜ਼ੇਬ ਦੀ ਫੌਜ ਦੀ ਅਗਵਾਈ ਕਰ ਰਹੇ ਸਨ। ਹਿਤ ਕਰ ਇਨ ਭੀ ਲਿਓ ਮਾਨਾ। ਇਹਨਾਂ ਨੇ ਵੀ ਮੰਨ ਲਿਆ ਵੀ ਠੀਕ ਹੈ, ਸਾਨੂੰ ਕੀ ਇਤਰਾਜ਼ ਹੈ, ਜੇ ਗੁਰੂ ਸਾਹਿਬ ਜਾਣਾ ਚਾਹੁੰਦੇ ਆ ਜਾਣ, ਅਸੀਂ ਗੁਰੂ ਸਾਹਿਬ ਨਾਲ ਲੜਨਾ ਨਹੀਂ, ਤੇ ਗੁਰੂ ਸਾਹਿਬ ਦੀ ਸਾਡੇ ਨਾਲ ਲੜਾਈ ਵੀ ਕੋਈ ਨਹੀਂ। ਟਿਕੇ ਰਹੇ ਸਰਤਾ ਤੇ ਪਾਰ। ਸੋ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਮਹਾਰਾਜ ਔਰੰਗਜ਼ੇਬ ਦੀ ਫੌਜ ਨੂੰ ਲੇਟ ਕਰਨ ਵਾਸਤੇ, ਤਾਂ ਕਿ ਦਾਰਾ ਸ਼ਿਕੋ ਆਪਣੀ ਜਾਨ ਬਚਾ ਕੇ ਦੂਰ ਨਿਕਲ ਜਾਵੇ, ਕੁਝ ਸਮੇਂ ਲਈ, 1-2 ਦਿਨਾਂ ਲਈ ਬਿਆਸਾ ਦਰਿਆ ਦਾ ਪੱਤਣ ਰੋਕ ਕੇ ਰੱਖਿਆ ਸੀ। ਇਹ ਗੱਲ ਇਕੱਲੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਨਹੀਂ, ਹੋਰ ਇਤਿਹਾਸਕ ਗ੍ਰੰਥਾਂ ਵਿੱਚ ਵੀ ਆਉਂਦੀ ਹੈ। ਖੁਲਾਸਤੁ ਤਵਾਰੀਖ ਵਿੱਚ ਵੀ ਸੁਜਾਨ ਰਾਏ ਭੰਡਾਰੀ ਨੇ 1695 ਵਿੱਚ ਇਹ ਘਟਨਾ ਲਿਖੀ ਹੈ ਵੀ ਗੋਇੰਦਵਾਲ ਪੱਤਣ ਤੇ 7ਵੇਂ ਪਾਤਸ਼ਾਹ ਗੁਰੂ ਹਰਿ ਰਾਏ ਜੀ, ਜੋ ਗੁਰੂ ਨਾਨਕ ਦੀ ਗੱਦੀ ਤੇ 7ਵੀਂ ਥਾਂ ਤੇ ਹਨ, ਉਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਦੀ ਫੌਜਾਂ ਦਾ ਰਾਹ ਰੋਕਿਆ ਸੀ ਕਿ ਦਾਰਾ ਸ਼ਿਕੋ ਦੀ ਮਦਦ ਕਰਨ ਵਾਸਤੇ। ਹਾਂਜੀ, ਸਤਿਗੁਰ ਭਏ ਬਹੁਰ ਅਸਵਾਰ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਘੋੜੇ ਤੇ ਸਵਾਰ ਹੋਏ ਨੇ ਤੇ ਆਪਣੀਆਂ ਫੌਜਾਂ ਨੂੰ ਇੱਥੋਂ ਚਾਲਾ ਪਾਉਣ ਦਾ ਇਸ਼ਾਰਾ ਕੀਤਾ ਹੈ। ਸਨੇ ਸਨੇ ਕਰ ਕੂਚ ਪਿਆਨਾ। ਸਹਿਜੇ ਸਹਿਜੇ ਹੌਲੇ ਹੌਲੇ ਜਾਣ ਕੇ ਥੋੜਾ ਲੇਟ ਕਰ ਰਹੇ ਵੀ ਔਰੰਗਜ਼ੇਬ ਦੀ ਫੌਜ ਹੌਲੇ ਹੌਲੇ ਜਿੰਨਾ ਅਸੀਂ ਦੇਰੀ ਨਾਲ ਜਾਵਾਂਗੇ, ਇਹ ਓਨਾ ਹੀ ਲੇਟ ਹੋਣਗੇ। ਸੋ ਹੁਣ ਕਿਉਂਕਿ ਬਹੁਤਾ ਲੇਟ ਤਾਂ ਨਹੀਂ ਕਰ ਸਕਦੇ,
ਪਰ ਹੌਲੇ ਹੌਲੇ ਮਹਾਰਾਜ ਨੇ ਪਿਆਨਾ ਕੀਤਾ ਹੈ। ਸ਼ਲਖ ਬੰਦੂਕਨ ਕਰਤ ਮਹਾਨਾ। ਔਰ ਗੁਰੂ ਕੇ ਸਿੱਖ ਬੰਦੂਕਾਂ ਦੀ ਸ਼ਲਖ ਕਰਦੇ ਰਹੇ ਤਾਂ ਕਿ ਦੁਸ਼ਮਣ ਨੂੰ ਡਰ ਰਵੇ, ਦੁਸ਼ਮਣ ਲੁੱਟਣ ਖੋਹਣ ਦੀ ਕੋਸ਼ਿਸ਼ ਨਾ ਕਰੇ, ਕਿਤੇ ਗੁਰੂ ਦੀ ਫੌਜ ਦੇ ਨੇੜੇ ਨਾ ਆ ਜਾਵੇ। ਇੱਕ ਦਿਨ ਲਸ਼ਕਰ ਕੋ ਅਟਕਾਵਾ। ਇੱਕ ਦਿਨ ਪੂਰਾ ਹੀ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਨੂੰ ਗੋਇੰਦਵਾਲ ਦਰਿਆ ਪਾਰ ਨਹੀਂ ਕਰਨ ਦਿੱਤਾ। ਇੱਕ ਦਿਨ ਤਾਂ ਮਹਾਰਾਜ ਨੇ ਅਟਕਾ ਕੇ ਰੱਖਿਆ ਹੈ ਤੇ ਦੂਜੇ ਦਿਨ ਵੀ ਹੌਲੇ ਹੌਲੇ ਰਸਤਾ ਦਿੱਤਾ ਹੈ। ਸਲਤਾ ਬਾਰ ਨ ਉਤਰਨ ਪਾਵਾ। ਨਦੀ ਬਿਆਸਾ ਦਾ ਦਰਿਆ ਦਾ ਪਾਣੀ ਚੜਿਆ ਹੋਇਆ ਸੀ, ਇਸ ਕਰਕੇ ਫੌਜਾਂ ਔਰੰਗਜ਼ੇਬ ਦੀਆਂ ਛੇਤੀ ਕੀਤਿਆਂ ਪਾਰ ਨਹੀਂ ਹੋ ਸਕੀਆਂ। ਕੀਰਤਪੁਰ ਕੇ ਮਗ ਚਲ ਆਏ। ਗੁਰੂ ਸਾਹਿਬ ਬੇੜੀਆਂ ਦੇ ਪੁਲ ਦੇ ਦੁਆਰਾ ਪਹਿਲਾਂ ਆਪਣੀ ਫੌਜ ਉਰਾ ਲਿਆਂਦੀ ਹੈ ਦੁਆਬੇ ਵੱਲ, ਤੇ ਆਪ ਉੱਥੋਂ ਚੜ੍ਹ ਕੇ ਕੀਰਤਪੁਰ ਸਾਹਿਬ ਨੂੰ ਰਸਤ ਪੈ ਗਏ ਹਨ। ਪੁਨ ਨੌਕਾ ਤਿਆਗੀ ਸਮੁਦਾਏ। ਜਦੋਂ ਆਪ ਸਾਰੀ ਫੌਜ ਪਰਾਂ ਉਰਾ ਆ ਗਈ, ਮਾਝੇ ਤੋਂ ਦੁਆਬੇ 'ਚ ਆ ਗਈ ਤੇ ਦੁਆਬੇ ਤੋਂ ਤੁਰਦੇ ਜਲੰਧਰ, ਤੇ ਇਸ ਤਰ੍ਹਾਂ ਹੌਲੇ ਹੌਲੇ ਕੀਰਤਪੁਰ ਸਾਹਿਬ ਆਏ। ਉਧਰੋਂ ਔਰੰਗਜ਼ੇਬ ਦੀਆਂ ਫੌਜਾਂ ਨੂੰ ਉਹ ਕਿਸ਼ਤੀਆਂ ਬਾਅਦ ਵਿੱਚ ਮਿਲੀਆਂ ਹਨ। ਦਿਵਸ ਆਗਲੇ ਉਤਰੇ ਪਾਰੀ। ਅਗਲੇ ਦਿਨ ਔਰੰਗਜ਼ੇਬ ਦੀ ਫੌਜ ਬੜੀ ਮੁਸ਼ਕਲ ਨਾਲ ਬਿਆਸਾ ਪਾਰ ਹੋਈ ਹੈ। ਜੋ ਲਸ਼ਕਰ ਨੌ ਰੰਗ ਕੋ ਭਾਰੀ। ਜੋ ਔਰੰਗਜ਼ੇਬ ਦਾ ਭਾਰੀ ਲਸ਼ਕਰ ਸੀ, ਬੜੀ ਭਾਰੀ ਫੌਜ ਸੀ, ਲੱਖਾਂ ਫੌਜਾਂ ਸਨ, ਦਾਰਾ ਸ਼ਿਕੋਹ ਨੂੰ ਫੜਨ ਵਾਸਤੇ ਚੜੀਆਂ ਹੋਈਆਂ ਸਨ। ਉਹ ਫੌਜਾਂ ਫਿਰ ਬਿਆਸਾ ਦਰਿਆ ਤੋਂ ਪਾਰ ਮਾਝੇ ਦੇਸ਼ ਵਿੱਚ ਵੜੀਆਂ ਹਨ। ਦਾਰ ਸ਼ਿਕੋਹ ਸੁਖੈਨ ਪਿਆਨਾ। ਤੇ ਦਾਰਾ ਸ਼ਿਕੋਹ ਗੁਰੂ ਸਾਹਿਬ ਦੀ ਮਦਦ ਕਰਨ ਕਰਕੇ ਗੋਇੰਦਵਾਲ ਤੋਂ ਸੌਖਾ ਲਾਹੌਰ ਪਹੁੰਚ ਗਿਆ। ਲਸ਼ਕਰ ਅਪਨੋ ਕਰ ਸਵਧਾਨਾ। ਉਹਨੇ ਆਪਣੀ 5000 ਫੌਜ ਨੂੰ ਵੀ ਸਾਵਧਾਨ ਕੀਤਾ। ਤੀਰ ਵਿਪਾਸਾ ਤੇ ਉੱਠ ਗਇਓ। ਕਹਿੰਦੇ ਬਿਆਸਾ ਦੇ ਕੰਢੇ ਤੋਂ ਸਾਧ ਸੰਗਤ ਜੀ ਉੱਠ ਕੇ ਲਵਪੁਰ ਵਿਖੇ ਪ੍ਰਵੇਸ਼ਨ ਕੀਓ। ਬਿਆਸਾ ਤੋਂ ਚੱਲ ਕੇ ਗੋਇੰਦਵਾਲ ਤੋਂ ਲਾਹੌਰ ਪਹੁੰਚਿਆ ਦਾਰਾ ਸ਼ਿਕੋਹ। ਜਾਏ ਦੁਰਗ ਮੈਂ ਕੀਨ ਸਡੇਰਾ। ਉਹਨੇ ਲਾਹੌਰ ਦੇ ਕਿਲੇ 'ਚ ਜਾ ਡੇਰਾ ਕੀਤਾ। ਦਰਬ ਜਵਾਹਰ ਜੇਤ ਕਹੇਰਾ। ਉੱਥੇ ਜਿੰਨਾ ਖਜ਼ਾਨਾ ਹੀਰੇ ਮੋਤੀ ਸੋਨਾ ਚਾਂਦੀ ਸੀ ਸਭ ਆਪਣੇ ਕਬਜ਼ੇ ਕਰ ਲਿਆ। ਕੋਸ਼ ਵਿਖੇ ਤੇ ਸਭ ਨਿਕਸਾਇਵ। ਦਾਰਾ ਸ਼ਿਕੋਹ ਨੇ ਲਾਹੌਰ ਦਾ ਖਜ਼ਾਨਾ ਖਾਲੀ ਕਰ ਦਿੱਤਾ। ਲੈ ਨਿਜ ਸੰਗੈ ਤਿਆਰ ਕਰਾਇਵ। ਸਾਰਾ ਖਜ਼ਾਨਾ ਲੱਦ ਕੇ ਨਾਲ ਆਪਣੇ ਫੌਜਾਂ ਵੀ ਹੋਰ ਲੈ ਕੇ ਕਿਤਕ ਕਾਲ ਤਹਿਕੀਨ ਮੁਕਾਮੂ। ਕੁਝ ਸਮਾਂ ਲਾਹੌਰ ਰਿਹਾ ਹੈ ਦਾਰਾ ਸ਼ਿਕੋਹ। ਕਰਿਓ ਸੁਸ਼ਰਮ ਬਿਨ ਦਲ ਅਬਿਰਾਮੂ। ਆਪਣੀ ਫੌਜ ਨੂੰ ਵੀ ਆਰਾਮ ਕਰਾਇਆ, ਘੋੜਿਆਂ ਨੂੰ ਵੀ ਆਰਾਸਤਾ ਕੀਤਾ ਹੈ। ਨੌ ਰੰਗ ਕੋ ਲਸ਼ਕਰ ਜਬ ਆਵਾ। ਜਦੋਂ ਔਰੰਗਜ਼ੇਬ ਦੀ ਫੌਜ ਲਾਹੌਰ ਪਹੁੰਚੀ, ਕਈ ਲੱਛ ਭਟ ਇਮ ਸੁਨ ਪਾਵਾ। ਉਹ ਦਾਰੇ ਨੂੰ ਪਤਾ ਲੱਗਾ ਵੀ ਔਰੰਗਜ਼ੇਬ ਦੀ ਫੌਜ ਬਹੁਤ ਜ਼ਿਆਦਾ, ਕਈ ਲੱਖਾਂ ਫੌਜ ਆਈ ਹੈ ਚੜ ਕੇ ਤੈਨੂੰ ਫੜਨ ਵਾਸਤੇ। ਕੀਨਸ ਤਿਆਰੀ ਤੁਰਤ ਤਹਾਂ ਤੇ। ਫਿਰ ਦਾਰਾ ਸ਼ਿਕੋਹ ਡਰ ਗਿਆ, ਕਿਉਂਕਿ ਸਾਧ ਆਦਮੀ ਸੀ, ਲੜਾਈਆਂ ਵਿੱਚ ਬਹੁਤਾ ਨਹੀਂ ਸੀ ਕਾਮਯਾਬ, ਬੰਦਗੀ ਕਰਨ ਵਿੱਚ ਕਾਮਯਾਬ ਸੀ, ਪਰ ਸਿਆਸਤ ਵਿੱਚ, ਰਾਜਨੀਤੀ ਵਿੱਚ, ਜੰਗ ਯੁੱਧ ਵਿੱਚ ਉਹ ਬਹੁਤਾ ਕਾਮਯਾਬ ਨਹੀਂ ਹੋਇਆ। ਇਸ ਦੁਨੀਆ ਵਿੱਚ ਸਾਧ ਸੰਗਤ ਜੀ, ਕੋਈ ਬੰਦਾ ਕਿਸੇ ਕੰਮ 'ਚ ਪਰਫੈਕਟ ਹੁੰਦਾ ਤੇ ਕੋਈ ਕਿਸੇ ਹੋਰ ਕੰਮ 'ਚ ਹੁੰਦਾ। ਹਰਫਨ ਮੌਲਾ ਕੋਈ ਨਹੀਂ ਬਣ ਸਕਦਾ। ਪਰ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੰਤਾਂ ਵਿੱਚੋਂ ਸੰਤ, ਰਾਜਿਆਂ ਚੋਂ ਰਾਜੇ, ਬ੍ਰਹਮ ਗਿਆਨੀਆਂ ਚੋਂ ਬ੍ਰਹਮ ਗਿਆਨੀ, ਵਿਦਵਾਨਾਂ ਚੋਂ ਵਿਦਵਾਨ, ਯੋਧਿਆਂ ਚੋਂ ਯੋਧੇ, ਸਤਿਗੁਰਾਂ ਦੇ ਘਰ ਸਾਰੇ ਹੀ ਗੁਣ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖੋ ਨਾ ਦਾਰਾ ਸ਼ਿਕੋਹ ਨੂੰ ਕਹਿਤਾ ਸੀ, ਕਹਿੰਦੇ ਜੇ ਤੂੰ ਲੜਨਾ ਚਾਹੁੰਦਾ ਅਸੀਂ ਤੇਰੇ ਨਾਲ ਹੋ ਕੇ ਔਰੰਗਜ਼ੇਬ ਨਾਲ ਲੜਾਂਗੇ, ਦੰਦ ਖੱਟੇ ਕਰ ਦਿਆਂਗੇ, ਉਹਦੇ ਰਾਜ ਦੀਆਂ ਜੜ੍ਹਾਂ ਪੁੱਟ ਦਿਆਂਗੇ, ਪਰ ਤੂੰ ਤਗੜਾ ਤਾਂ ਹੋ, ਤੂੰ ਮੁਦਈ ਤਾਂ ਬਣ, ਫਿਰ ਅਸੀਂ ਕੁਝ ਕਰਾਂਗੇ। ਜੇ ਤੂੰ ਮੁੱਦਾ ਹੀ ਛੱਡ ਦਿੱਤਾ ਫਿਰ ਤਾਂ ਕੁਝ ਹੋ ਨਹੀਂ ਸਕਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਦਲੇਰੀ ਦੇਖੋ ਕਿੱਡੀ ਵੱਡੀ ਸੀ। ਪਰ ਦਾਰਾ ਸ਼ਿਕੋਹ ਉਹ ਸੰਤ ਤਾਂ ਜ਼ਰੂਰ ਸੀ ਪਰ ਸਿਪਾਹੀ ਨਹੀਂ ਸੀ, ਯੋਧਾ ਨਹੀਂ ਸੀ। ਇਸ ਕਰਕੇ ਲਾਹੌਰ ਤੋਂ ਵੀ ਦੌੜਨ ਦੀ ਸਕੀਮ ਲਾਈ ਹੈ। ਦਰਬ ਜਵਾਹਰ ਲੀਏ ਮਹਾਂ ਤੇ। ਜਿੰਨਾ ਗੱਲ ਦਿੱਲੀ ਲਾਹੌਰ ਦਾ ਖਜ਼ਾਨਾ ਸੀ ਸਾਰਾ ਉਹਨੇ ਖੋਹ ਲਿਆ। ਖਜ਼ਾਨਾ ਸਾਰਾ ਆਪਣੇ ਕਬਜ਼ੇ 'ਚ ਕਰ ਲਿਆ। ਖੱਚਰਾਂ ਤੇ ਸੋਨਾ ਚਾਂਦੀ ਲੱਦ ਕੇ ਲਾਹੌਰ ਤੋਂ ਤੁਰ ਪਿਆ। ਸੰਗ ਬਾਹਨੀ ਕੀਨਸ ਪਿਆਨਾ। ਔਰ ਸਾਰੀ ਫੌਜ ਲੈ ਕੇ ਨੇ ਪਿਆਨਾ ਕੀਤਾ ਹੈ। ਚਲਿਓ ਪੰਥ ਜਹਪੁਰ ਮੁਲਤਾਨਾ। ਤੇ ਲਾਹੌਰ ਤੋਂ ਮੁਲਤਾਨ ਦੇ ਰਾਹ ਪੈ ਗਿਆ, ਮੁਲਤਾਨ ਸ਼ਹਿਰ ਨੂੰ ਚਲਾ ਗਿਆ। ਕ੍ਰਮ ਕਰ ਉਲੰਘਿਓ ਸਭ ਦੇਸ਼। ਸਾਰਾ ਦੇਸ਼ ਲੰਘ ਕੇ ਪਿੱਛੇ ਲਸ਼ਕਰ ਚੱਲਿਓ ਅਸ਼ੇਸ਼। ਉਹਦੇ ਪਿੱਛੇ ਫੌਜਾਂ ਉਦਾਂ ਹੀ ਤੁਰੀਆਂ ਆਉਂਦੀਆਂ।
ਲਾਹੌਰ ਤੋਂ ਮੁਲਤਾਨ ਗਿਆ, ਫੌਜਾਂ ਫੇਰ ਪਿੱਛੇ ਪਿੱਛੇ ਤੁਰ ਪਈਆਂ। ਕਈ ਕੋਸ ਸੋ ਚਲਤ ਅਗਾਰੀ, ਇਹ ਕੁਝ ਕੋ ਅੱਗੇ ਤੁਰਦਾ ਸੀ ਤੇ ਕੁਝ ਕੋ ਪਿੱਛੇ ਔਰੰਗਜ਼ੇਬ ਦੀ ਫੌਜ ਹੁੰਦੀ ਸੀ। ਨੌ ਰੰਗ ਕੋ ਦਲ ਭਰਿਓ ਪਿਛਾਰੀ, ਔਰੰਗਜ਼ੇਬ ਦੀ ਫੌਜ ਦਾ ਪਿੱਛਾ ਕਰ ਰਹੀ ਸੀ, ਬਹੁਤਾ ਦੂਰ ਨਹੀਂ ਸੀ ਇਹਨੂੰ ਜਾਣ ਦਿੰਦੇ। ਜਾਏ ਬਰਿਓ ਮੁਲਤਾਨ ਮਜਹਰਾ, ਤੇ ਸਾਧ ਸੰਗਤ ਜੀ ਇਹ ਮੁਲਤਾਨ ਸ਼ਹਿਰ ਜਾ ਪਹੁੰਚਿਆ। ਸਰਬ ਜਵਹਾਰ ਲਿਏ ਉਦਾਰਾ, ਉੱਥੇ ਮੁਲਤਾਨ ਦੇ ਕਿਲੇ ਤੇ ਵੀ ਕਬਜ਼ਾ ਕੀਤਾ ਤੇ ਉੱਥੇ ਵੀ ਜਿਹੜਾ ਸੋਨਾ ਚਾਂਦੀ ਸੀ, ਹੀਰੇ ਮੋਤੀ ਸੀ, ਜਾਂ ਉੱਥੇ ਪੈਸਾ ਟਕਾ ਸੀ ਜਾਂ ਅਸਲਾ ਸੀ, ਉਹ ਇਹਨੇ ਆਪਣੇ ਕਬਜ਼ੇ 'ਚ ਕੀਤਾ ਮੁਲਤਾਨ ਵਿੱਚ ਜਾ ਕੇ। ਕਿਤਕ ਮੁਕਾਮ ਨਗਰ ਤਿਸ ਕਰਕੇ, ਕੁਝ ਮੁਲਤਾਨ ਦੇ ਵਿੱਚ ਰਿਹਾ, ਘੋੜਿਆਂ ਨੂੰ ਆਰਾਮ ਕਰਾਇਆ, ਕੁਝ ਆਪ ਕੀਤਾ। ਚੜ ਪੁਨ ਚਲਿਓ ਸ਼ੀਘਰਤਾ ਧਰ ਕੇ, ਮੁਲਤਾਨ 'ਚ ਵੀ ਦਾਰਾ ਸ਼ਿਕੋਹ ਦੇ ਪੈਰ ਨਹੀਂ ਲੱਗੇ। ਉੱਥੋਂ ਫੇਰ ਡਰਦਾ ਮਾਰਾ ਵੀ ਔਰੰਗਜ਼ੇਬ ਦੀ ਫੌਜ ਮੁਲਤਾਨ ਆ ਗਈ ਹੈ, ਉੱਥੋਂ ਫੇਰ ਅੱਗੇ ਨੂੰ ਤੁਰ ਪਿਆ। ਕੂਚ ਮੁਕਾਮ ਨਿਰੰਤਰ ਕੀਨੋ, ਲਗਾਤਾਰ ਹੀ ਕੂਚ ਕਰਦਾ ਰਿਹਾ, ਭਾਵ ਇੱਕ ਦੋ ਰਾਤਾਂ ਕਿਤੇ ਟਿਕਿਆ, ਫਿਰ ਤੁਰ ਪਿਆ। ਫਿਰ ਅੱਗੇ ਕੋਈ ਕਿਲਾ ਆਇਆ, ਇੱਕ ਦੋ ਰਾਤਾਂ ਉੱਥੇ ਰਾਤ ਕੱਟੀ, ਇੰਨੇ ਨੂੰ ਔਰੰਗਜ਼ੇਬ ਦੀ ਫੌਜ ਉੱਥੇ ਪਹੁੰਚ ਜਾਂਦੀ ਸੀ, ਫਿਰ ਅੱਗੇ ਨੂੰ ਦੌੜ ਪੈਂਦਾ ਸੀ। ਢੱਠੇ ਪੱਖਰ ਕੋ ਮਗ ਲੀਨੋ, ਸਾਧ ਸੰਗਤ ਜੀ ਅੱਗੇ ਦੇਸ਼ ਆਉਂਦਾ ਢੱਠਾ ਪੱਖਰ, ਪੱਖਰ ਸੱਖਰ, ਇਹ ਪਾਕਿਸਤਾਨ 'ਚ ਆ ਗਏ ਇਲਾਕੇ ਹੁਣ ਸਾਰੇ। ਮੁਲਤਾਨ ਵੀ ਪਾਕਿਸਤਾਨ 'ਚ ਹੈ, ਲਾਹੌਰ ਵੀ ਪਾਕਿਸਤਾਨ 'ਚ ਹੈ। ਤੋ ਮੁਲਤਾਨ ਤੋਂ ਵੀ ਅੱਗੇ ਪੱਖਰ ਦਾ ਦੇਸ਼ ਹੈ, ਠੱਠਾ ਪੱਖਰ, ਉਧਰ ਨੂੰ ਮੂੰਹ ਕਰ ਲਿਆ ਦਾਰਾ ਸ਼ਿਕੋਹ ਨੇ। ਜਿਉਂ ਜਿਉਂ ਜਾਤ ਅਗਾਰੀ ਤਹਾਇਓ, ਜਿਵੇਂ ਦਾਰਾ ਸ਼ਿਕੋਹ ਅੱਗੇ ਅੱਗੇ ਦੌੜਦਾ ਹੈ, ਤਿਉਂ ਤਿਉਂ ਕਟਕ ਪਿਛੈ ਉਮਡਾਇਓ, ਉਵੇਂ ਉਵੇਂ ਔਰੰਗਜ਼ੇਬ ਦੀ ਫੌਜ ਦਾ ਪਿੱਛਾ ਕਰਦੀ ਹੈ। ਉਮੜ ਉਮੜ ਕੇ ਫੌਜਾਂ ਪਿੱਛੇ ਆਈ ਜਾਂਦੀਆਂ ਨੇ। ਚਲਤ ਚਲਤ ਉਲੰਘਿਓ ਸਭ ਦੇਸ਼, ਤੁਰਦਾ ਤੁਰਦਾ ਸਾਰਾ ਦੇਸ਼ ਹੀ ਲੰਘ ਗਿਆ। ਤਜ ਦਿੱਲੀ ਕੋ ਰਾਜ ਅਸ਼ੇਸ਼, ਜਿਹੜਾ ਦਿੱਲੀ ਰਾਜ ਦੀਆਂ ਹੱਦਾਂ ਖਤਮ ਹੋ ਜਾਂਦੀਆਂ ਜਿੱਥੇ ਹਿੰਦੁਸਤਾਨ ਦੀਆਂ, ਉੱਥੇ ਜਾ ਪਹੁੰਚਿਆ। ਭਇਓ ਨਿਚਿੰਤ ਰਹਿਓ ਤਹ ਜਾਏ, ਉੱਥੇ ਜਾ ਕੇ ਨਿਸ਼ਚਿੰਤ ਹੋ ਗਿਆ ਵੀ ਚਲੋ ਹੁਣ ਮੈਂ ਦੂਜੇ ਰਾਜ ਵਿੱਚ ਆ ਗਿਆ। ਜਿਵੇਂ ਕੋਈ ਸਾਧ ਸੰਗਤ ਜੀ ਇੱਕ ਦੇਸ਼ ਦਾ ਰਾਜਾ ਜ਼ੁਲਮ ਕਰਦਾ ਹੋਵੇ ਤੇ ਉਹਦੇ ਤੋਂ ਡਰ ਕੇ ਲੋਕ ਦੂਜੇ ਦੇਸ਼ ਵਿੱਚ ਜਾ ਕੇ ਸੈਲਮ ਲੈ ਲੈਂਦੇ, ਪਨਾਹ ਲੈ ਲੈਂਦੇ ਵੀ ਸਾਨੂੰ ਇੱਥੇ ਕੋਈ ਖਤਰਾ ਨਹੀਂ। ਇੱਦਾਂ ਦਾਰਾ ਸ਼ਿਕੋਹ ਹਿੰਦੁਸਤਾਨ ਦੀ ਹੱਦ ਵੀ ਟੱਪ ਗਿਆ। ਸੈਨ ਸਕੇਲੀ ਪੁਨ ਸਮੁਦਾਏ, ਉੱਥੇ ਜਾ ਕੇ ਫਿਰ ਹੋਰ ਫੌਜਾਂ ਇਕੱਠੀਆਂ ਕੀਤੀਆਂ ਉਸਨੇ। ਢੱਠੇ ਪੱਖਰ ਤੇ ਰਹਿ ਪਰੇ, ਢੱਠੇ ਪੱਖਰ ਤੋਂ ਪਰਾਂ ਪਰਾਂ ਰਹਿੰਦਾ ਰਿਹਾ, ਸਿੰਧ ਤੋਂ ਪਰਾਂ ਜਾ ਕੇ ਰਹਿੰਦਾ ਰਿਹਾ। ਕੇਤਕ ਮਾਸ ਬਿਤਾਵਨ ਕਰੇ, ਉਧਰ ਢੱਠੇ ਪੱਖਰ ਵੱਲ ਜਾ ਕੇ ਦੂਰ ਦੇਸ਼ ਵਿੱਚ ਕਈ ਮਹੀਨੇ ਗੁਜ਼ਾਰਾ ਕੀਤਾ। ਆਪਣੇ ਰਾਜ ਸੀਮ ਜਹ ਅਹੀ, ਆਪਣੇ ਰਾਜ ਦੀ ਜਿਹੜੀ ਸੀਮਾ ਸੀ, ਦਿੱਲੀ ਰਾਜ ਦੀ ਜਿਹੜੀ ਹੱਦ ਸੀ, ਤਹ ਨੋ ਰੰਗ ਕੀ ਸਹਿ ਨਾ ਰਹੀ। ਉੱਥੇ ਔਰੰਗਜ਼ੇਬ ਦੀ ਫੌਜ ਬਹਿ ਗਈ ਜਾ ਕੇ। ਉਹ ਪਰਲੇ ਮੁਲਕ 'ਚ ਜਾ ਨਹੀਂ ਸਕਦੇ, ਦੂਜੇ ਮੁਲਕ ਵਿੱਚ ਉੱਥੇ ਲੜਾਈ ਹੋਵੇਗੀ। ਕੋਈ ਨਿਯਮ ਬਣੇ ਹੁੰਦੇ ਨੇ ਇਹਨਾਂ ਦੇ ਵੀ, ਆਪਸ ਸਮਝੌਤੇ ਹੁੰਦੇ ਨੇ ਮੁਲਕਾਂ ਦੇ ਵੀ ਇੱਥੋਂ ਤੱਕ ਸਾਡੀ ਹੱਦ ਹੈ, ਇਹ ਸਾਡਾ ਲੈਣ ਦੇਣ ਹੈ, ਇਹਦੇ ਉੱਤੇ ਪਾਰ ਤੁਸੀਂ ਨਹੀਂ ਜਾਣਾ, ਇਹਦੇ ਤੋਂ ਪਾਰ ਅਸੀਂ ਨਹੀਂ ਜਾਣਾ। ਇੱਦਾਂ ਲਿਖਤਾਂ ਪੜ੍ਹਤਾਂ ਹੁੰਦੀਆਂ ਨੇ। ਉਹਦੇ ਮੁਤਾਬਕ ਹਿੰਦੁਸਤਾਨ ਦੀ ਫੌਜ ਜਿਹੜੀ ਸੀ ਉਹ ਪਰਲੇ ਪਾਸੇ ਜਾ ਨਹੀਂ ਸੀ ਸਕਦੀ। ਅੰਤਰ ਕਿਤਕ ਪਾਏ ਤਿਸ ਥਾਨ, ਕੁਝ ਫੌਜ ਉਰਲੇ ਪਾਸੇ ਖੜੀ ਹੋ ਗਈ ਔਰੰਗਜ਼ੇਬ ਦੀ ਹੱਦ ਤੇ, ਦਾਰਾ ਸ਼ਿਕੋਹ ਦੀ ਪਰਲੇ ਪਾਸੇ ਚਲੀ ਗਈ। ਯਾਨੀ ਆਪਸ ਵਿੱਚ 150 ਮੀਲ ਦਾ ਫਰਕ ਪੈ ਗਿਆ। ਬਸਤ ਭਏ ਨਿਜ ਦੇਸ਼ ਮਹਾਨ, ਆਪਣੇ ਆਪਣੇ ਇਲਾਕੇ 'ਚ ਵਸ ਰਹੇ ਨੇ ਹੁਣ। ਪੁਨ ਚੜ ਗਮਨਿਓ ਦਾਰ ਸ਼ਿਕੋਹ, ਫਿਰ ਦਾਰਾ ਸ਼ਿਕੋਹ ਉੱਥੋਂ ਵੀ ਚੜ ਕੇ ਅੱਗੇ ਨੂੰ ਤੁਰ ਪਿਆ। ਤਿਤ ਕੋ ਦੱਖਣ ਕੀ ਦਿਸ਼ ਹੋ, ਦੱਖਣ ਵਾਲੇ ਪਾਸੇ ਨੂੰ ਉਹਨੇ ਕਰਾਚੀ ਵਾਲੇ ਪਾਸੇ ਨੂੰ ਮੂੰਹ ਕੀਤਾ ਹੈ। ਪਹੁੰਚਿਓ ਜਹਾਂ ਦੇਸ਼ ਗੁਜਰਾਤ, ਤੇ ਫਿਰ ਸਾਧ ਸੰਗਤ ਜੀ ਉੱਥੋਂ ਤੁਰਦਾ 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 ਕਰਾਚੀ ਤੋਂ ਜਿਹੜੇ ਗੁਜਰਾਤ ਕਾਠੀਆਵਾਦ ਦਾ ਇਲਾਕਾ, ਹਿੰਦੁਸਤਾਨ 'ਚ ਜਿਹੜੀ ਗੁਜਰਾਤ ਹੈ, ਗੁਜਰਾਤਾਂ ਵੀ ਦੋ ਨੇ। ਇੱਕ ਜ਼ਿਲ੍ਹਾ ਗੁਜਰਾਤ ਹੈ ਪਾਕਿਸਤਾਨ ਵਿੱਚ, ਉਹ ਤਾਂ ਜ਼ਿਲ੍ਹਾ ਹੀ ਹੈ। ਜਿਹੜਾ ਦੇਸ਼ ਗੁਜਰਾਤ ਹੈ ਉਹ ਸਾਧ ਸੰਗਤ ਜੀ ਇੱਧਰ ਅਹਿਮਦਾਬਾਦ ਵੱਲ ਰਾਜਸਥਾਨ ਤੋਂ ਥੱਲੇ ਜਾ ਕੇ ਉਧਰੋਂ ਪਰਾਂ ਪਾਕਿਸਤਾਨ ਕਰਾਚੀ ਵਾਲਾ ਇਲਾਕਾ ਸਿੰਧ ਦਾ ਪਰੇ ਚਲਾ ਜਾਂਦਾ ਹੈ। ਉਰਲੇ ਪਾਸੇ ਰਾਜਸਥਾਨ ਤੇ ਗੁਜਰਾਤ ਦੀਆਂ ਹੱਦਾਂ ਲੱਗਦੀਆਂ ਹਨ। ਇਹ ਫਿਰ ਗੁਜਰਾਤ ਵਾਲੇ ਇਲਾਕੇ 'ਚ ਆ ਗਿਆ। ਕਿੱਧਰੋਂ ਗਿਆ ਦੇਖੋ, ਇੱਧਰੋਂ ਅੰਮ੍ਰਿਤਸਰ, ਗੋਇੰਦਵਾਲ ਸਾਹਿਬ ਤੋਂ ਲਾਹੌਰ, ਮੁਲਤਾਨ ਹੁੰਦਾ ਹੋਇਆ
ਸਖਰ ਸਿੰਧ ਭਖਰ ਦੇਸ਼ ਨੂੰ ਹੁੰਦਾ ਹੋਇਆ ਫਿਰ ਗੁਜਰਾਤ ਵਾਲੇ ਪਾਸੇ ਨੂੰ ਨਿਕਲਿਆ ਹੈ ਦਾਰਾ ਸ਼ਿਕੋ। ਲੂਟ ਕੂਟ ਲੀਨਸ ਤਹ ਜਾਤ, ਜਿੱਥੇ ਜਾਂਦਾ ਸੀ ਉੱਥੇ ਕਿਲਿਆਂ ਨੂੰ ਖੋਹ ਲੈਂਦਾ ਸੀ, ਲੁੱਟਮਾਰ ਵੀ ਕਰਦਾ ਸੀ। ਲਸ਼ਕਰ ਸਮੁਖ ਜਾਏ ਪੁਨ ਹੋਵਾ, ਕਹਿੰਦੇ ਫਿਰ ਜਾ ਕੇ ਉੱਥੇ ਔਰੰਗਜ਼ੇਬ ਦੀ ਫੌਜ ਨੇ ਘੇਰ ਲਿਆ। ਫਿਰ ਫੌਜ ਦੇ ਨਾਲ ਮੁਕਾਬਲਾ ਹੋਇਆ। ਦੋਹ ਦਿਸ਼ ਤੇਰ ਸਕੀਨ ਸਟੋਵਾ, ਦੋਵਾਂ ਪਾਸਿਆਂ ਤੋਂ ਫੌਜਾਂ ਡਟ ਕੇ ਲੜੀਆਂ। ਦਾਰਣ ਸ਼ੰਗਰ ਰਚਿਓ ਮਹਾਨਾ, ਗੁਜਰਾਤ ਦੀ ਧਰਤੀ ਤੇ, ਲਗਭਗ ਗੁਜਰਾਤ ਦੀ ਧਰਤੀ ਤੇ ਔਰੰਗਜ਼ੇਬ ਦੀ ਫੌਜ ਦਾ ਤੇ ਦਾਰਾ ਸ਼ਿਕੋ ਦੀ ਫੌਜ ਦਾ ਬੜਾ ਭਿਆਨਕ ਯੁੱਧ ਮਚਿਆ। ਛੁੱਟੇ ਸ਼ਸਤਰ ਹੱਥ ਪੇ ਭਟ ਪ੍ਰਾਨਾ, ਬੜੇ ਸ਼ਸਤਰ ਚੱਲੇ, ਹਜ਼ਾਰਾਂ ਜਵਾਨ ਮਾਰੇ ਗਏ। ਭਈ ਲਥੇਰ ਪਥੇਰ ਕਨੇਰੀ, ਜੰਗ ਦੇ ਵਿੱਚ ਬੜੀ ਲਥੇਰ ਪਥੇਰ ਹੋਈ, ਬੜੀਆਂ ਕੀਮਤੀ ਜਾਨਾਂ ਗਈਆਂ ਲੜਾਈ ਦੇ ਵਿੱਚ। ਗਰਜੀ ਤੋਪੈ ਤੁਪਕ ਬਡੇਰੀ, ਬੜੀਆਂ ਵੱਡੀਆਂ ਵੱਡੀਆਂ ਤੋਪਾਂ ਗਰਜੀਆਂ, ਬੜੀਆਂ ਬੰਦੂਕਾਂ ਨੇ ਕਾੜ ਕਾੜ ਮਚਾਈ। ਬੜਾ ਕਮਸਾਨ ਦਾ ਯੁੱਧ ਦੋਵਾਂ ਭਰਾਵਾਂ ਦੀ ਫੌਜ ਵਿੱਚ ਹੋਇਆ ਹੈ। ਮਾਰੇ ਸੁਪਟ ਗਹੇ ਹਥਿਆਰਨ, ਸੂਰਮੇ ਹਥਿਆਰ ਫੜ ਫੜ ਕੇ ਲੜਦੇ, ਤੇਗਾ ਵਾਂਦੇ ਤੇ ਜੰਗ ਦੇ ਮੈਦਾਨ 'ਚ ਇੱਕ ਦੂਜੀ ਦੇ ਆਹੂ ਲਾਂਦੇ ਸਨ। ਵਿਜੈ ਕਰਨ ਨਿਜ ਸੁਆਮੀ ਕਾਰਨ, ਆਪਣੇ ਸੁਆਮੀ ਦੀ ਜਿੱਤ ਵਾਸਤੇ ਵੀ ਔਰੰਗਜ਼ੇਬ ਦੇ ਬੰਦੇ, ਸਾਡਾ ਔਰੰਗਜ਼ੇਬ ਜਿੱਤ ਜਾਵੇ, ਤੇ ਦਾਰਾ ਸ਼ਿਕੋ ਦੇ ਬੰਦੇ ਵੀ ਸਾਡਾ ਦਾਰਾ ਸ਼ਿਕੋ ਜਿੱਤ ਜਾਵੇ। ਸਿਪਾਹੀਆਂ ਨੇ ਆਪਣੇ ਆਪਣੇ ਮਾਲਕ ਦੇ ਵਾਸਤੇ ਜਾਨਾਂ ਹੂਲ ਕੇ ਲੜਾਈ ਕੀਤੀ ਹੈ। ਬਾਜੀ ਚੜੇ ਵੀਰ ਬਲਵਾਨ, ਘੋੜਿਆਂ ਤੇ ਚੜੇ ਹੋਏ ਸੂਰਮੇ ਮੈਦਾਨੇ ਜੰਗ ਵਿੱਚ ਵੈਰੀਆਂ ਦੇ ਆਹੂ ਲਾਂਦੇ ਰਹੇ। ਛਿਪਰ ਛੁੱਟਤ ਹੈ ਤੁਪਕ ਮਹਾਨ, ਔਰ ਗੋਲੀਆਂ ਬੜੀਆਂ ਚੱਲਦੀਆਂ, ਕਾੜ ਕਾੜ ਕਰਦੀਆਂ ਬੰਦੂਕਾਂ ਚੱਲੀਆਂ ਹਨ। ਹਨਹਿ ਫੇਰ ਕਰ ਤੋ ਮਰ ਤੀਛਨ, ਮਰਛੇ ਤਲਵਾਰਾਂ ਤਿੱਖੇ ਖੰਡੇ ਚੱਲੇ ਹਨ। ਹਲਾ ਹਲੀ ਰਣ ਮਾਚੋ ਭੀਖਨ, ਬੜਾ ਭਿਆਨਕ ਯੁੱਧ ਮਚਿਆ ਗੁਜਰਾਤ ਦੀ ਧਰਤੀ ਉੱਤੇ। ਛੁੱਟ ਛੁੱਟ ਪ੍ਰਾਨ ਵੀਰ ਗਨ ਗਿਰੇ, ਬੜੇ ਬੜੇ ਸੂਰਮੇ ਮੈਦਾਨੇ ਜੰਗ ਵਿੱਚ ਮਰੇ ਹਨ। ਕੇਤਕ ਤਰਫਤ ਘਾਇਲ ਪਰੇ, ਕਈ ਜ਼ਖਮੀ ਪਏ ਤੜਫਦੇ ਹਨ। ਤੌਂਸੇ ਤੁਮ ਘਾਰਤ ਚੋਹ ਓਰੇ, ਚਾਰੇ ਪਾਸੇ ਨਗਾਰੇ ਵੱਜਦੇ, ਧੌਂਸੇ ਤੁੰਘਾਰਦੇ ਹਨ। ਚਲਹਿ ਬੇਗ ਤੇ ਗੋਰੀ ਗੋਰੇ, ਬੜੇ ਤੇਜ਼ ਹਵਾ ਦੀ ਤਰ੍ਹਾਂ ਉੱਡਣ ਵਾਲੇ ਗੋਲੇ, ਅੱਗ ਦੇ ਗੋਲੇ ਵਰਦੇ ਹਨ ਜੰਗ ਦੇ ਮੈਦਾਨ ਵਿੱਚ। ਲੋਥੈ ਜੂਥ ਪੋਥ ਨਾ ਭਈ, ਲਾਸ਼ਾਂ ਤੇ ਲਾਸ਼ਾਂ ਚੜ ਗਈਆਂ ਹਨ, ਭਾਵ ਗੁੱਥਮ ਗੁੱਥਾ ਹੋਈਆਂ ਪਈਆਂ ਲਾਸ਼ਾਂ। ਲਵਾਹਨ ਪਗਨ ਧੂਲ ਤੇ ਛਈ, ਘੋੜਿਆਂ ਦੇ ਖੁਰਾਂ ਨਾਲ ਧਰਤੀ ਉੱਡ ਕੇ ਅਸਮਾਨ ਨੂੰ ਚੜ ਗਈ। ਧੂੜ ਤੋਂ ਇੰਨੀ ਜ਼ਿਆਦਾ ਗਰਦ ਗੁਬਾਰ ਹੋਈ ਹੈ। ਸਰੋਣਿਤ ਗਿਰਹਿ ਰਕਤ ਰਣ ਠੌਰ, ਮੈਦਾਨੇ ਜੰਗ ਵਿੱਚ ਲਹੂ ਦੀਆਂ ਨਦੀਆਂ ਵਗਦੀਆਂ ਨੇ, ਪ੍ਰਣਾਲੇ ਵਗਦੇ ਨੇ, ਖੂਨ ਭੱਕ ਭੱਕ ਕਰਕੇ ਸਰੀਰਾਂ ਚੋਂ ਨਿਕਲਦਾ ਹੈ। ਬਦਹਿ ਵੀਰ ਰਣ ਮਾਚਿਓ ਰੌਰ, ਬੜੇ ਬੜੇ ਸੂਰਮੇ ਵੈਰੀ ਦੇ ਨਾਲ ਲੜਦੇ ਹੋਏ ਮਰ ਰਹੇ ਨੇ ਤੇ ਮਾਰ ਰਹੇ ਨੇ। ਬੜਾ ਰੌਲਾ ਮਚਿਆ ਹੈ। ਜਬ ਜਾਣਿਓ ਨੋ ਰੰਗ ਦਲ ਘਨੇ, ਜਦੋਂ ਪਤਾ ਲੱਗਾ ਵੀ ਔਰੰਗਜ਼ੇਬ ਦੀਆਂ ਫੌਜਾਂ ਬਹੁਤ ਜ਼ਿਆਦਾ ਨੇ, ਯੁੱਧ ਕਰਨ ਇਨ ਸੋ ਨਹਿ ਬਨੇ, ਇਹਨਾਂ ਨਾਲ ਅਸੀਂ ਯੁੱਧ ਕਰਕੇ ਜਿੱਤ ਨਹੀਂ ਸਕਾਂਗੇ। ਦਾਰਿਸ਼ ਕੋਹ ਬਿਲੋਕ ਵਿਚਾਰਾ, ਦਾਰਾ ਸ਼ਿਕੋ ਨੇ ਵੇਖਿਆ ਵੀ ਸਾਡੀ ਹਾਰ ਹੋ ਰਹੀ ਹੈ, ਫੌਜਾਂ ਸਾਡੀਆਂ ਕਾਮਯਾਬ ਨਹੀਂ ਹਨ ਲੜਨ ਦੇ ਵਿੱਚ। ਲੈ ਦਲ ਆਪਣੋ ਕੀਨ ਕਿਨਾਰਾ, ਤੇ ਫਿਰ ਆਪਣੀ ਫੌਜ ਲੈ ਕੇ ਫਿਰ ਜੰਗ ਚੋਂ ਭੱਜ ਗਿਆ ਦਾਰਾ ਸ਼ਿਕੋ। ਟਲ ਕਰ ਗਏ ਨ ਸਨਮੁਖ ਭਇਓ, ਟਲ ਗਿਆ, ਲੜਾਈ ਤੋਂ ਟਾਲਾ ਕਰ ਗਿਆ, ਸਾਹਮਣੇ ਮੱਥੇ ਨਹੀਂ ਜੂਝਿਆ ਫਿਰ ਮਰਦਾਂ ਦੀ ਤਰ੍ਹਾਂ। ਫਰਕ ਸਾਥ ਨਿਜ ਡੇਰਾ ਕੀਓ, ਔਰ ਫਿਰ ਫਰਕ ਪਾ ਕੇ 150 ਮੀਲ ਪਰੇ ਹੋ ਕੇ ਆਪਣਾ ਡੇਰਾ ਕੀਤਾ ਉਸਨੇ। ਕਵ ਸੰਤੋਖ ਸਿੰਘ ਇਸੀ ਪ੍ਰਕਾਰ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਲੜਾਈਆਂ ਜੰਗ ਹੁੰਦੇ ਰਹੇ। ਨੌ ਰੰਗ ਲੀਨਸ ਰਾਜ ਉਦਾਰ, ਔਰ ਰਾਜ ਔਰੰਗਜ਼ੇਬ ਦਾ ਹੋ ਗਿਆ। ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਬੜੀ ਲੰਮੀ ਕਹਾਣੀ ਹੈ। ਉਹਦੇ ਵਿੱਚੋਂ ਜਿੰਨੀ ਗੁਰੂ ਘਰ ਨਾਲ ਸੰਬੰਧ ਰੱਖਦੀ ਹੈ ਓਨੀ ਆ ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਤੁਹਾਨੂੰ ਦੱਸੀ ਹੈ। ਸੰਨ 1658 ਦੇ ਵਿੱਚ ਦਿੱਲੀ ਦੇ ਤਖਤ ਉੱਤੇ, ਪੂਰੀ ਤਰ੍ਹਾਂ ਹਿੰਦੁਸਤਾਨ ਦੇ ਤਖਤ ਦੇ ਉੱਤੇ ਔਰੰਗਜ਼ੇਬ ਕਾਬਜ ਹੋ ਗਿਆ। ਉਸ ਨੇ ਦਾਰਾ ਸ਼ਿਕੋ ਨੂੰ ਸ਼ਿਕਸਤ ਦਿੱਤੀ, ਮੁਰਾਦ ਬਖਸ਼ ਨੂੰ ਕੈਦ ਕਰ ਲਿਆ, ਸ਼ਾਹਜਹਾਨ ਨੂੰ ਕੈਦ ਕਰ ਲਿਆ, ਫਿਰ ਬਾਅਦ ਵਿੱਚ ਦਾਰੇ ਨੂੰ ਵੀ ਫੜੇਗਾ। ਕੱਲ ਆਪਾਂ ਸੁਣਾਂਗੇ ਦਾਰੇ ਦੀ ਗ੍ਰਿਫਤਾਰੀ ਕਿੱਥੋਂ ਹੋਈ, ਕਿਵੇਂ ਹੋਈ, ਕਿਵੇਂ ਉਸ ਨੂੰ ਇਹਨਾਂ ਨੇ ਸਜ਼ਾਵਾਂ ਤਸੀਹੇ ਦੇ ਦੇ ਕੇ ਮਾਰਿਆ ਔਰੰਗਜ਼ੇਬ ਨੇ। ਉਹ ਸਾਰਾ ਪ੍ਰਸੰਗ ਸੁਣਾਂਗੇ, ਫਿਰ ਪਤਾ ਲੱਗੇਗਾ ਵੀ ਔਰੰਗਜ਼ੇਬ ਦਾ ਜ਼ੁਲਮ ਕਿਵੇਂ ਸ਼ੁਰੂ ਹੋਇਆ ਸੀ
ਤੇ ਉਹਦੇ ਕਿੰਨੇ ਭਿਆਨਕ ਨਤੀਜੇ ਨਿਕਲੇ ਸਨ। ਉਹ ਗੁਰੂ ਘਰ ਨਾਲ ਵੀ ਇਤਿਹਾਸ ਦਾ ਬਹੁਤ ਵੱਡਾ ਸੰਬੰਧ ਹੈ ਔਰੰਗਜ਼ੇਬ ਦਾ। ਧੰਨ ਗੁਰੂ ਹਰਿਰਾਏ ਸਾਹਿਬ ਜੀ ਤੋਂ ਲੈ ਕੇ 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ, 10ਵੇਂ ਪਾਤਸ਼ਾਹ, 4 ਪਾਤਸ਼ਾਹੀਆਂ ਹੋਈਆਂ ਔਰੰਗਜ਼ੇਬ ਦੇ ਸਮੇਂ ਵਿੱਚ। ਤੇ 4 ਪਾਤਸ਼ਾਹੀਆਂ ਨਾਲ ਔਰੰਗਜ਼ੇਬ ਨੇ ਸਿੱਧਾ ਰਾਹ ਨਹੀਂ ਅਪਣਾਇਆ, ਵਿਗਾੜ ਹੀ ਪਾਈ ਰੱਖਿਆ। ਗੁਰੂ ਸਾਹਿਬਾਂ ਨੂੰ ਸ਼ਹੀਦ ਵੀ ਕੀਤਾ, 9ਵੇਂ ਸਤਿਗੁਰਾਂ ਨੂੰ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੂੰ ਵੀ ਦਿੱਲੀ ਸੱਦਿਆ, ਪਰ ਮਹਾਰਾਜ ਗਏ ਨਹੀਂ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸੱਦਿਆ, ਉਹ ਗਏ, ਪਰ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ। ਤੇ 9ਵੇਂ ਪਾਤਸ਼ਾਹ ਗਏ ਤੇ ਸ਼ਹੀਦ ਹੀ ਕਰ ਦਿੱਤੇ। 10ਵੇਂ ਪਾਤਸ਼ਾਹ ਨਾਲ 14 ਜੰਗਾਂ ਲੜੀਆਂ। ਮਹਾਰਾਜ ਦੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ। ਇਹ ਸਾਰਾ ਇਤਿਹਾਸ ਦਾ ਮੁੱਢ ਇੱਥੋਂ ਵੱਜਿਆ ਸੀ ਸਾਧ ਸੰਗਤ ਜੀ, ਜਿਹੜੀ ਕਥਾ ਹੁਣ ਚੱਲ ਰਹੀ ਹੈ। ਅੱਜ ਕੱਲ੍ਹ ਪੂਰੀ ਕਥਾ ਕੋਈ ਸੁਣਦਾ ਨਹੀਂ, ਤੇ ਅੱਧੇ ਜਦੇ ਪ੍ਰਸੰਗ ਸੁਣੇ ਹੁੰਦੇ ਆ ਤੇ ਕੁਛ ਦਾ ਕੁਛ ਬਣਾ ਦਿੰਦੇ ਆ। ਜਿੰਨਾ ਚਿਰ ਤੁਸੀਂ ਪੂਰੀ ਕਥਾ ਨਹੀਂ ਸੁਣਦੇ ਗੁਰਪ੍ਰਤਾਪ ਸੂਰਜ ਦੀ, ਉਹਨਾਂ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦਾ, ਵਡਿਆਈ ਦਾ ਪਤਾ ਹੀ ਨਹੀਂ ਲੱਗਦਾ। ਸੋ ਆਪ ਜੀ ਵਡਭਾਗੇ ਹੋ ਜਿਹੜੇ ਰੋਜ਼ ਗੁਰ ਇਤਿਹਾਸ ਦੀ ਲੜੀਵਾਰ ਕਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਰਚਨਾ 'ਚੋਂ ਸਰਵਣ ਕਰ ਰਹੇ ਹੋ। ਵੱਡੇ ਭਾਗਾਂ ਵਾਲਿਓ ਭਾਈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ।